ਪ੍ਰੋਟੀਨ ਐਕਚੁਅਲ ਦੇ ਵਿੱਚ ਅਸੀਂ ਕਹਿੰਦੇ ਕਿਹਨੂੰ ਆ? ਬਾਈਕ ਨੂੰ ਚੱਲਣ ਲਈ ਪੈਟਰੋਲ ਦੀ ਜ਼ਰੂਰਤ ਹੁੰਦੀ ਹੈ, ਸੇਮ ਉੱਦਾਂ ਹੀ ਸਾਡੇ ਸਰੀਰ ਨੂੰ ਚੱਲਣ ਲਈ ਜਿਹੜੀ ਹੈਗੀ ਉਹ ਪ੍ਰੋਟੀਨ ਦੀ ਜ਼ਰੂਰਤ ਆ। ਪ੍ਰੋਟੀਨ ਜ਼ਰੂਰੀ ਹੈ ਤੇ ਕਾਰਬ 'ਤੇ ਸਾਡਾ ਜ਼ੋਰ ਇੰਨਾ ਜ਼ਿਆਦਾ ਕਿਉਂ ਹੈ? ਹਰ ਇਨਸਾਨ ਜਿਹੜਾ ਆ ਸਾਡੇ ਘਰ ਪਰਿਵਾਰ ਵਿੱਚ ਵੀ ਅਸੀਂ ਗੱਲ ਕਰੀਏ ਤਾਂ ਚਾਹ ਦੇ ਨਾਲ ਪਰੌਂਠੀ ਦੀ ਵਰਤੋਂ ਕਰਦਾ, ਬ੍ਰੇਕਫਾਸਟ ਵੀ ਉਹ ਪਰੌਂਠੀ ਦਾ ਕਰਦਾ ਹੈ ਜਾਂ ਰੋਟੀ ਦਾ ਕਰਦਾ ਆ। ਮਤਲਬ ਕਿ ਪ੍ਰੋਟੀਨ ਦੀ ਸਾਨੂੰ ਜਿਹੜੀ ਆ ਅਹਿਮੀਅਤ ਨਹੀਂ ਪਤਾ। ਵੈਜੀਟੇਰੀਅਨ ਬੰਦਾ, ਤੁਸੀਂ ਪਿਓਰ ਵੈਜੀਟੇਰੀਅਨ ਹੋ, ਤੇ ਇੱਕ ਨਾਨ ਵੈਜੀਟੇਰੀਅਨ ਬੰਦਾ, ਹੁਣ ਉਹ ਦੋਨੋਂ ਕਿੱਦਾਂ ਦਾ ਪ੍ਰੋਟੀਨ ਜਿਹੜਾ ਉਹ ਖਾ ਸਕਦੇ? ਕਿ ਮੇਰਾ ਸਰੀਰ ਜਾਂ ਮੇਰਾ ਮੂੰਹ ਕੀ ਮਤਲਬ ਕੀ ਮਹਿਸੂਸ ਕਰ ਰਿਹਾ, ਜਾਂ ਮੇਰਾ ਦਿਮਾਗ ਜੋ ਕਹਿੰਦਾ, ਜੋ ਮੇਰਾ ਸਵਾਦ ਆ, ਮੈਂ ਉਹ ਚੀਜ਼ ਖਾਣੀ ਚਾਹੁੰਦਾ। ਸਿਹਤ ਦੇ ਪੰਜਾਬੀ ਪੋਡਕਾਸਟ ਨੂੰ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਸੋ ਗੱਲਬਾਤ ਰਹੇਗੀ ਡਾਕਟਰ ਹਰਮਿੰਦਰ ਦੁੱਲੋਵਾਲ ਦੇ ਨਾਲ। ਜਿਸ ਤਰ੍ਹਾਂ ਕਿ ਤੁਹਾਡਾ ਵਾਅਦਾ ਕੀਤਾ ਸੀ, ਇਹਦੇ ਵਿੱਚ ਖਾਸ ਤੌਰ ਤੇ ਸਿਹਤ ਨੂੰ ਅਸੀਂ ਫੋਕਸ ਕਰਾਂਗੇ, ਕਿਉਂਕਿ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਰਹਿੰਦੇ ਹਾਂ, ਪੰਜਾਬ ਦਾ ਖਾਣ ਪੀਣ ਇੱਦਾਂ ਦਾ ਕਿ ਕਈ ਵਾਰੀ ਸਾਡੇ ਨਾਲ ਬਹੁਤ ਸਾਰੀਆਂ ਮਿੱਥ, ਸਾਡੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੁੰਦੀਆਂ, ਅਸੀਂ ਸਮਝ ਨਹੀਂ ਪਾਉਂਦੇ। ਤੇ ਜਿਸ ਤਰ੍ਹਾਂ ਪਿਛਲੀ ਵਾਰ ਗੱਲ ਕੀਤੀ ਗਈ, ਇਸ ਵਾਰ ਖਾਸ ਤੌਰ ਤੇ ਗੱਲਬਾਤ ਰਹੇਗੀ ਪ੍ਰੋਟੀਨ ਨੂੰ ਲੈ ਕੇ। ਮਨੁੱਖੀ ਸਰੀਰ ਹੈ, ਪ੍ਰੋਟੀਨ ਬਹੁਤ ਜ਼ਰੂਰੀ ਹੈ। ਸੋ ਪ੍ਰੋਟੀਨ ਨੂੰ ਲੈ ਕੇ ਅੱਜ ਕੀ ਖਾਸ ਹੈ, ਕਿੰਨੀ ਮਾਤਰਾ 'ਚ ਲੈਣੀ ਚਾਹੀਦੀ ਹੈ, ਕੀ ਸਹੀ ਤਰੀਕਾ ਹੈ, ਕਿ ਸਮੇਂ ਲੈਣੀ ਚਾਹੀਦੀ ਹੈ, ਤੇ ਕਿਹਨੂੰ ਸਹੀ ਪ੍ਰੋਟੀਨ ਅਸੀਂ ਮੰਨਦੇ ਹਾਂ, ਉਹਦੇ ਬਾਰੇ ਗੱਲਬਾਤ ਕਰਾਂਗੇ। ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਟੀਨ ਬਾਰੇ ਆਪਾਂ ਸਾਰੇ ਗੱਲ ਕਰਦੇ ਹਾਂ, ਚਾਹੇ ਉਹ ਕੋਈ ਐਕਸਰਸਾਈਜ਼ ਕਰਦਾ ਹੈ, ਚਾਹੇ ਇੱਕ ਨੋਰਮਲ ਬੰਦਾ ਵੀ ਹੈ, ਚਾਹੇ ਅੱਜ ਕੱਲ੍ਹ ਕਿਉਂਕਿ ਡਾਈਟ ਦਾ ਬਹੁਤ ਕਰੇਜ਼ ਹੈ ਤੇ ਹਰ ਬੰਦਾ ਪ੍ਰੋਟੀਨ ਬਾਰੇ ਗੱਲ ਕਰਦਾ ਕਿ ਪ੍ਰੋਟੀਨ ਸਾਨੂੰ ਖਾਣਾ ਚਾਹੀਦਾ। ਤੇ ਜੇ ਪ੍ਰੋਟੀਨ ਨੂੰ ਸਮਝਣਾ ਹੋਵੇ ਤੇ ਪ੍ਰੋਟੀਨ ਐਕਚੁਅਲ ਦੇ ਵਿੱਚ ਅਸੀਂ ਕਹਿੰਦੇ ਕਿਹਨੂੰ ਆ? ਦੇਖੋ, ਪ੍ਰੋਟੀਨ ਅਸੀਂ ਜੇ ਉਹਨੂੰ ਮੰਨੀਏ ਕਿ ਜਿੱਦਾਂ ਇੱਕ ਬਿਲਡਿੰਗ ਬਣਾਉਣ ਲਈ, ਘਰ ਬਣਾਉਣ ਲਈ ਤੁਹਾਨੂੰ ਜਗ੍ਹਾ ਦੀ ਜ਼ਰੂਰਤ ਆ, ਉਹ ਸਾਰੇ ਕੁਝ ਤੇ ਜਗ੍ਹਾ, ਰੇਤਾ, ਬਜਰੀ, ਸੀਮੈਂਟ ਸਭ ਇਸ ਕਾਸੇ ਨੂੰ ਮਜ਼ਬੂਤੀ ਦੇਣ ਲਈ ਕੀ ਚੀਜ਼ ਦੀ ਜ਼ਰੂਰਤ ਪੈਂਦੀ ਆ? ਸੀਮੈਂਟ ਦੀ। ਚਾਹੇ ਰੇਤਾ ਹੋਵੇ, ਚਾਹੇ ਬਜਰੀ ਹੋਵੇ, ਚਾਹੇ ਸਰੀਆ ਹੋਵੇ, ਚਾਹੇ ਈਵਨ ਘਰ ਬਣਾਉਣ ਵਾਲੀ ਜਗ੍ਹਾ ਵੀ ਹੋਵੇ, ਉਹ ਕਦੋਂ ਤੁਹਾਡੇ ਅਰਥ ਆਊਗੀ, ਕਦੋਂ ਉਹਦਾ ਫਾਇਦਾ ਹੋਊਗਾ? ਜਦੋਂ ਤੁਹਾਡਾ ਸੀਮੈਂਟ ਸਾਰੀ ਚੀਜ਼ਾਂ ਨੂੰ ਮਜ਼ਬੂਤੀ ਦੇਊਗਾ। ਜਿੱਦਾਂ ਕਿ ਇੱਕ ਬਿਲਡਿੰਗ ਬਣਾਉਣ ਲਈ ਸੀਮੈਂਟ ਦੀ ਜ਼ਰੂਰਤ ਆ। ਦੂਸਰੀ ਉਦਾਹਰਨ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਉਹਦੇ ਵਿੱਚ ਜੇ ਸਾਡੇ ਕੋਲ ਕੋਈ ਬਾਈਕ ਆ, ਬਾਈਕ ਨੂੰ ਚੱਲਣ ਲਈ ਪੈਟਰੋਲ ਦੀ ਜ਼ਰੂਰਤ ਹੁੰਦੀ ਹੈ। ਸੇਮ ਉੱਦਾਂ ਹੀ ਸਾਡੇ ਸਰੀਰ ਨੂੰ ਚੱਲਣ ਲਈ ਜਿਹੜੀ ਹੈਗੀ ਉਹ ਪ੍ਰੋਟੀਨ ਦੀ ਜ਼ਰੂਰਤ ਆ। ਪ੍ਰੋਟੀਨ ਜਿਹੜਾ ਆ, ਚਾਹੇ ਤੁਸੀਂ ਜਿਮ ਜਾਂਦੇ ਆ, ਗਰਾਊਂਡ 'ਚ ਜਾਂਦੇ ਆ, ਚਾਹੇ ਤੁਸੀਂ ਕੋਈ ਵੀ ਘਰ ਦਾ ਕੰਮ ਵੀ ਕਰਦੇ ਹੋ, ਤੁਹਾਡੀ ਬੋਡੀ ਤਾਂ ਵੀ ਉਹਦੀ ਜ਼ਰੂਰਤ ਮਹਿਸੂਸ ਕਰਦੀ ਆ। ਇਹ ਨਹੀਂ ਜ਼ਰੂਰੀ ਕਿ ਜੇ ਕੋਈ ਜਿਮ ਜਾਂਦਾ ਹੈ ਜਾਂ ਕੋਈ ਵਰਕਆਊਟ ਕਰਦਾ ਜਾਂ ਕੋਈ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਕਰਦਾ, ਪ੍ਰੋਟੀਨ ਉਹਦੇ ਲਈ ਜ਼ਰੂਰੀ। ਇਨਸਾਨੀ ਸਰੀਰ, ਚਾਹੇ ਉਹ ਬੱਚਾ ਆ, ਚਾਹੇ ਜਵਾਨ ਆ, ਚਾਹੇ ਬੁੱਢਾ ਆ, ਉਹ ਬਣਿਆ ਹੀ ਪ੍ਰੋਟੀਨ ਤੋਂ ਆ। ਹੁਣ ਜਦੋਂ ਅਸੀਂ ਪ੍ਰੋਟੀਨ ਦੀ ਗੱਲ ਕਰਦੇ, ਸਭ ਤੋਂ ਪਹਿਲਾਂ ਸਾਡੀ ਬੋਡੀ 'ਚ ਕੀ ਆਉਂਦਾ ਹੈ? ਪ੍ਰੋਟੀਨ ਦੇ ਨਾਲ ਸਾਡੀ ਬੋਡੀ ਦੇ ਸੈੱਲ ਬਣਦੇ ਆ, ਤੇ ਸੈੱਲ ਉਸ ਬੰਦੇ ਨੂੰ ਜ਼ਿਆਦਾ ਸਮਝ ਆਉਂਦੀ ਆ ਉਸ ਸੈੱਲ ਦੀ ਜਿਹਨੂੰ ਡੇਂਗੂ ਹੋਇਆ ਹੁੰਦਾ। ਤੇ ਡੇਂਗੂ ਦੇ ਵਿੱਚ ਸਾਡੇ ਵਾਈਟ ਬਲੱਡ ਸੈੱਲ ਵੱਧਦੇ ਆ, ਰੈੱਡ ਬਲੱਡ ਸੈੱਲ ਉੱਪਰ ਥੱਲੇ ਹੁੰਦੇ, ਤੇ ਪਲੇਟਲੇਟਸ ਜਿਹੜੇ ਉਹ ਵੀ ਇੱਕ ਤਰ੍ਹਾਂ ਦੇ ਸੈੱਲ ਹੀ ਆ, ਜਿਹੜੇ ਕਿ 1.5 ਲੱਖ ਤੋਂ 4 ਲੱਖ ਪਰ ਮਾਈਕਰੋਲੀਟਰ ਹੁੰਦੇ ਆ। ਉਹ ਸੈੱਲ ਜਦੋਂ ਡਾਊਨ ਹੁੰਦੇ ਆ ਤੇ ਫਿਰ ਸਾਨੂੰ ਡਾਕਟਰ ਸਲਾਹ ਦਿੰਦਾ ਹੈ ਕਿ ਪ੍ਰੋਟੀਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਵਰਤੋਂ ਜ਼ਿਆਦਾ ਕਰੋ। ਉਸ ਇਨਸਾਨ ਨੂੰ ਪ੍ਰੋਟੀਨ ਦੀ ਅਹਿਮੀਅਤ ਜ਼ਿਆਦਾ ਪਤਾ ਲੱਗਦੀ। ਸਭ ਤੋਂ ਪਹਿਲਾਂ ਸਾਡੀ ਬੋਡੀ 'ਚ ਸੈੱਲ ਬਣਦੇ। ਹੁਣ ਚਾਹੇ ਮੈਂ ਬੋਲਣਾ ਹੀ ਆ, ਚਾਹੇ ਤੁਸੀਂ ਸੁਣਨਾ ਵੀ ਆ, ਤੁਸੀਂ ਦਿਮਾਗ ਦੀ ਵਰਤੋਂ ਵੀ ਕਰਨੀ, ਤਾਂ ਵੀ ਤੁਹਾਨੂੰ ਪ੍ਰੋਟੀਨ ਦੀ ਜ਼ਰੂਰਤ ਆ। ਮਸਲ ਬਣਾਉਣਾ ਦੂਸਰੀ ਚੀਜ਼ ਆ। ਉਸ ਤੋਂ ਬਾਅਦ ਜੇ ਤੁਸੀਂ ਘਰ ਦਾ ਕੰਮ ਕਰਨਾ ਤਾਂ ਵੀ ਤੁਹਾਨੂੰ ਪ੍ਰੋਟੀਨ ਦੀ ਜ਼ਰੂਰਤ। ਤੁਸੀਂ ਕੋਈ ਵੀ ਐਕਟੀਵਿਟੀ ਕਰਨੀ, ਮਤਲਬ ਇਨਸਾਨੀ ਸਰੀਰ ਨੇ ਜੇ ਕੰਮ ਕਰਨ ਤੋਂ ਹਟ ਕੇ ਸੋਚਣਾ ਵੀ ਆ, ਦਿਮਾਗ 'ਚ ਸੋਚ ਵੀ ਆਉਂਦੀ। ਹੁਣ ਇੱਕ ਬਿਮਾਰ ਪਿਆ ਬੰਦਾ ਸੋਚ ਕਿਉਂ ਨਹੀਂ ਸਕਦਾ? ਉਹਦਾ ਰੀਜ਼ਨ ਕੀ ਆ? ਕਿਉਂਕਿ ਉਹਦੀ ਬੋਡੀ 'ਚ ਉਨੀ ਪ੍ਰੋਟੀਨ ਦੀ ਜਿਹੜੀ ਵਰਤੋਂ ਨਹੀਂ ਹੋ ਰਹੀ। ਉਹਦਾ ਜਿਹੜਾ ਬੋਡੀ ਦਾ ਸਿਸਟਮ ਆ ਹੋਰ ਇਨਫੈਕਸ਼ਨ ਨਾਲ ਜੂਝ ਰਿਹਾ, ਹੋਰ ਬਿਮਾਰੀਆਂ ਨਾਲ ਜੂਝ ਰਿਹਾ। ਇਸ ਕਰਕੇ ਜਿਹੜੇ ਸੈੱਲ ਆ ਉਹ ਸਾਰੇ ਉਸ ਪਾਸੇ ਡਿਵਾਈਡ ਆ, ਸਾਡੇ ਬ੍ਰੇਨ ਨੂੰ ਮੈਨੇਜ ਕਰ ਲਈ। ਪ੍ਰੋਟੀਨ ਜਿਹੜੀ ਆ ਸਾਡੀ ਬੋਡੀ ਦੇ ਸਭ ਤੋਂ ਪਹਿਲਾਂ ਸੈੱਲ ਬਣਾਉਂਦੀ ਆ, ਫਿਰ ਉਸ ਤੋਂ ਬਾਅਦ ਕਈ ਸੈੱਲ ਇਕੱਠੇ ਹੋ ਕੇ ਟਿਸ਼ੂ ਬਣਾਉਂਦੇ ਆ, ਕਈ ਟਿਸ਼ੂ ਇਕੱਠੇ ਹੋ ਕੇ ਇੱਕ ਮਸਲ ਡਿਵੈਲਪ ਕਰਦੇ। ਬਟ ਇਹ ਸਾਰਾ ਕੁਝ ਜਿਹੜਾ ਪ੍ਰੋਟੀਨ ਦੇ ਥਰੂ ਹੀ ਹੁੰਦਾ ਆ। ਪ੍ਰੋਟੀਨ ਦੀ ਮਾਤਰਾ ਆਪਾਂ ਨੂੰ ਪਤਾ ਲੱਗ ਗਿਆ ਕਿ ਪ੍ਰੋਟੀਨ ਜ਼ਰੂਰੀ ਹੈ, ਕਿਉਂ ਜ਼ਰੂਰੀ ਹੈ, ਕਿੰਨੀ ਜ਼ਰੂਰੀ ਹੈ, ਇਹ ਵੀ ਚੀਜ਼ ਹੈ ਜੀ। ਉਹਦੇ ਬਾਵਜੂਦ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਖਾਣੇ ਦੇ ਵਿੱਚ ਕਾਰਬਸ ਜ਼ਿਆਦਾ ਆ। ਹੁਣ ਜਦੋਂ ਅਸੀਂ ਲੋਕਾਂ ਨੂੰ ਕਾਰਬਸ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਮੈਨੂੰ ਕੀ ਪਤਾ ਮੈਂ ਪ੍ਰੋਟੀਨ ਲੈ ਰਿਹਾ ਜਾਂ ਕਾਰਬਸ ਲੈ ਰਿਹਾ। ਫਿਰ ਪ੍ਰੋਟੀਨ ਜ਼ਰੂਰੀ ਹੈ ਤੇ ਕਾਰਬਸ ਤੇ ਸਾਡਾ ਜ਼ੋਰ ਇੰਨਾ ਜ਼ਿਆਦਾ ਕਿਉਂ ਹੈ? ਦੇਖੋ, ਪ੍ਰੋਟੀਨ ਜਿਹੜਾ ਹੈਗਾ ਸਾਡੀ ਬੋਡੀ ਦਾ ਬੇਸ ਆ, ਪਰ ਇਹਦੇ ਵਿੱਚ ਸਾਨੂੰ ਸਮਝ ਨਹੀਂ ਹੈਗੀ, ਸਾਨੂੰ ਜਿਹੜੀ ਪ੍ਰੋਟੀਨ ਦੀ ਅਹਿਮੀਅਤ ਨਹੀਂ ਪਤਾ। ਜਦੋਂ ਕਿਸੇ ਇਨਸਾਨ ਨੂੰ ਕਿਸੇ ਪ੍ਰੋਡਕਟ ਦੀ ਅਹਿਮੀਅਤ ਪਤਾ ਲੱਗਦੀ, ਉਹ ਚਾਹੇ ਸਾਡੇ ਖਾਣ ਵਾਲਾ ਹੋਵੇ, ਚਾਹੇ ਸਾਡੇ ਪੀਣ ਵਾਲਾ ਹੋਵੇ।
ਹੁਣ ਦੋ ਤਰ੍ਹਾਂ ਦੇ ਮੋਬਾਈਲ ਯੂਜ਼ ਹੁੰਦੇ ਆ, ਇੱਕ ਐਂਡਰੋਇਡ ਯੂਜ਼ ਹੁੰਦਾ ਹੈ, ਇੱਕ ਆਈਫੋਨ ਯੂਜ਼ ਹੁੰਦਾ ਹੈ। ਹੁਣ ਐਂਡਰੋਇਡ ਜਿਹੜਾ ਯੂਜ਼ ਕਰ ਰਿਹਾ ਉਹ ਆਈਫੋਨ ਦੀ ਅਹਿਮੀਅਤ ਓਨੀ ਦੇਰ ਨਹੀਂ ਸਮਝੂਗਾ ਜਦੋਂ ਤੱਕ ਉਹਨੂੰ ਉਹਦੇ ਫਾਇਦੇ ਨਹੀਂ ਪਤਾ। ਜਿਸ ਬੰਦੇ ਦਾ ਐਂਡਰੋਇਡ ਨਾਲ ਕੰਮ ਚੱਲ ਰਿਹਾ, ਜਦੋਂ ਉਹਨੂੰ ਆਈਫੋਨ ਦੇ ਫਾਇਦੇ ਪਤਾ ਲੱਗ ਗਏ, ਉਹ ਉਦੋਂ ਆਈਫੋਨ ਹੀ ਯੂਜ਼ ਕਰੂਗਾ। ਸੇਮ ਇਦਾਂ ਹੀ ਜਿਹੜੀ ਸਾਡੀ ਪ੍ਰੋਟੀਨ ਆ, ਉਹ ਸਾਨੂੰ ਉਹਦੀ ਸਮਝ ਹੀ ਨਹੀਂ ਹੈਗੀ। ਸਾਨੂੰ ਪ੍ਰੋਟੀਨ ਦੀ ਅਹਿਮੀਅਤ, ਜਦੋਂ ਸਾਨੂੰ ਕਿਸੇ ਪ੍ਰੋਡਕਟ ਦੀ ਅਹਿਮੀਅਤ ਨਹੀਂ ਪਤਾ, ਅਸੀਂ ਉਹਦੀ ਵਰਤੋਂ ਨਹੀਂ ਕਰਾਂਗੇ। ਤੇ ਦੂਜੀ ਗੱਲ, ਸਾਡੇ ਸਮਾਜ 'ਚ, ਸਾਡੇ ਘਰ 'ਚ, ਸਾਡੇ ਪਿੰਡ, ਸਾਡੇ ਪੰਜਾਬ ਵਿੱਚ ਜਿਹੜਾ ਘਰ ਦੇ ਵਿੱਚ ਯੂਜ਼ ਹੁੰਦਾ, ਸਵੇਰ ਤੋਂ ਹੀ ਕਾਰਬੋਹਾਈਡਰੇਟ ਸੋਰਸ ਯੂਜ਼ ਹੁੰਦੇ। ਕਾਰਬੋਹਾਈਡਰੇਟ ਤੋਂ ਭਾਵ ਜਿਹੜੀਆਂ ਚੀਜ਼ਾਂ ਤੁਹਾਨੂੰ ਇੱਕਦਮ એનર્ਜੀ ਦਿੰਦੀਆਂ, ਜਿਹਦੇ ਵਿੱਚ ਹੈਵੀ ਫੂਡ ਆ ਜਾਂਦੇ। ਜੇ ਅਸੀਂ ਛੋਟਾ ਜਿਹਾ ਸਵੇਰ ਦਾ ਕਾਰਬ ਦਾ ਸੋਰਸ ਹੀ ਐਡ ਕਰੀਏ, ਉਹਦੇ ਵਿੱਚ ਸਾਡਾ ਚਾਹ ਆਉਂਦੀ ਆ। ਚਾਹ ਦੇ ਵਿੱਚ ਅਸੀਂ ਖੰਡ ਜਿਹੜੀ ਯੂਜ਼ ਕਰਦੇ, ਉਹ ਸਿੰਪਲ ਕਾਰਬਸ ਆ। ਉਸ ਤੋਂ ਬਾਅਦ ਹਰ ਇਨਸਾਨ ਜਿਹੜਾ ਆ, ਸਾਡੇ ਘਰ ਪਰਿਵਾਰ ਵਿੱਚ ਵੀ ਅਸੀਂ ਗੱਲ ਕਰੀਏ ਤਾਂ ਚਾਹ ਦੇ ਨਾਲ ਪਰੌਂਠੀ ਦੀ ਵਰਤੋਂ ਕਰਦਾ, ਬ੍ਰੇਕਫਾਸਟ ਵੀ ਉਹ ਪਰੌਂਠੀ ਦਾ ਕਰਦਾ ਹੈ ਜਾਂ ਰੋਟੀ ਦਾ ਕਰਦਾ ਆ। ਮਤਲਬ ਕਿ ਪ੍ਰੋਟੀਨ ਦੀ ਸਾਨੂੰ ਜਿਹੜੀ ਆ ਅਹਿਮੀਅਤ ਨਹੀਂ ਪਤਾ, ਕਿਉਂਕਿ ਇੱਕ ਮਾਈਂਡਸੈਟ, ਮੈਂ ਮਾਫੀ ਚਾਹੁੰਦੀ ਤੁਹਾਡੀ ਗੱਲ ਟੋਕਰੀ, ਉਹ 'ਚ ਸਾਡਾ ਇੱਕ ਮਾਈਂਡਸੈਟ ਹੋ ਗਿਆ। ਤੁਸੀਂ ਗੱਲ ਕੀਤੀ ਕਿ ਸਰੀਰ ਨੂੰ એનર્ਜੀ ਪ੍ਰੋਟੀਨ ਵੀ ਦਿੰਦਾ ਆ, ਬਹੁਤ ਦਿੰਦਾ ਆ, ਪਰ ਸਾਡਾ ਇੱਕ ਮਾਈਂਡ ਸੈਟ ਫਿਰ ਕਿਉਂ ਆ ਕਿ ਅਸੀਂ ਅਗਰ એનર્ਜੀ ਸਰੀਰ ਨੂੰ ਦੇਣੀ ਹੈ ਤੇ ਸਾਨੂੰ ਰੋਟੀ ਹੀ ਖਾਣੀ ਪੈਣੀ ਹੈ। ਉੱਥੇ ਰੀਜ਼ਨ ਕੀ ਆਉਂਦਾ, ਕਿਉਂਕਿ ਜਿਹੜੇ ਪ੍ਰੋਟੀਨ ਸੋਰਸਿਸ ਆ ਉਹ ਤੁਹਾਡੀ ਫੀਲਿੰਗ ਨਹੀਂ ਕਰਦੇ, ਤੁਹਾਡੇ ਪੇਟ ਨੂੰ ਨਹੀਂ ਭਰਦੇ, ਬਟ ਤੁਹਾਡੀ ਬੋਡੀ ਦਾ ਜਿੰਨਾ ਨਿਊਟ੍ਰੀਸ਼ਨ ਚਾਹੀਦਾ, ਤੁਹਾਨੂੰ એનર્ਜੀ ਲੈਵਲ ਜਿੰਨਾ ਚਾਹੀਦਾ, ਤੁਹਾਨੂੰ ਜਿਹੜੀ ਐਕਟਿਵਨੈਸ ਚਾਹੀਦੀ ਆ, ਤੁਹਾਡੇ ਆਰਗਨ ਨੂੰ એનર્ਜੀ ਚਾਹੀਦੀ ਇੰਟਰਨਲ ਤੇ ਬਾਹਰ ਨੂੰ, ਉਹ ਦਿੰਦੇ ਆ। ਦੂਸਰੀ ਚੀਜ਼, ਪ੍ਰੋਟੀਨ ਸੋਰਸਿਸ ਸਾਡੇ ਦੇਸ਼, ਸਾਡੀ ਕੰਟਰੀ 'ਚ ਮਹਿੰਗੇ ਆ ਤੇ ਜਲਦੀ ਅਵੇਲੇਬਲ ਨਹੀਂ ਹੁੰਦੇ। ਉੱਥੇ ਮੈਂ ਗੱਲ ਕਰੂੰਗਾ ਪ੍ਰੋਟੀਨ ਸੋਰਸਿਸ ਨਾਲ ਜੁੜੀ ਹੋਈ, ਜਿਹੜੀ ਕਿ ਵੈਜ ਨੌਨ ਵੈਜ ਸੋਰਸਿਸ ਦੀ। ਸਾਨੂੰ ਜੇ ਅਸੀਂ ਵੈਜ ਨੌਨ ਵੈਜ ਸੋਰਸਿਸ ਦੀ ਗੱਲ ਕਰਦੇ, ਸਾਨੂੰ ਉਹਨਾਂ ਦੇ ਬਾਰੇ ਹਲੇ ਇੰਨਾ ਗਿਆਨ ਹੀ ਨਹੀਂ ਹੁੰਦਾ। ਦੂਸਰਾ, ਉਹ ਈਜ਼ੀਲੀ ਅਵੇਲੇਬਲ ਨਹੀਂ ਹੁੰਦੇ। ਜਦੋਂ ਈਜ਼ੀਲੀ ਕੋਈ ਚੀਜ਼ ਮਾਰਕੀਟ 'ਚ ਅਵੇਲੇਬਲ ਨਹੀਂ ਹੁੰਦੀ, ਫਿਰ ਅਸੀਂ ਗੱਲ ਪੇਟ ਭਰਨ ਦੀ ਕਰਦੇ। ਤੇ ਪੇਟ ਜਿਹੜਾ ਭਰਨਾ ਹੈ ਉਹ ਸਿਰਫ ਕਾਰਬੋਹਾਈਡਰੇਟ ਤੋਂ ਭਰਨਾ। ਪਰ ਕਾਰਬੋਹਾਈਡਰੇਟ ਜਿਹੜਾ ਹੈਗਾ, ਜਦੋਂ ਤੁਸੀਂ ਉਹਨੂੰ ਸਵੇਰੇ ਲੈਨੇ ਆ, ਕਾਰਬੋਹਾਈਡਰੇਟ ਤੋਂ ਭਾਵ ਮੈਂ ਥੋੜਾ ਜਿਹਾ ਈਜ਼ੀ ਕਰਦੇ ਆ, ਦੋ ਤਰ੍ਹਾਂ ਦੇ ਕਾਰਬਸ ਹੁੰਦੇ ਆ। ਉਹਦੇ ਵਿੱਚ ਸਿੰਪਲ ਕਾਰਬਸ ਹੁੰਦੇ ਆ, ਜਿਹੜੇ ਇਨਸਾਨ ਦੁਆਰਾ ਬਣਾਏ ਗਏ, ਪੀਜ਼ਾ, 버ਗਰ, ਸੌਫਟ ਡਰਿੰਕ, ਖੰਡ ਤੋਂ ਬਣੇ ਪ੍ਰੋਡਕਟ। ਕੰਪਲੈਕਸ ਕਾਰਬਸ ਜਿਹੜੇ ਨੇਚਰ ਨੇ ਬਣਾਏ, ਕੁਦਰਤ ਨੇ ਬਣਾਏ ਆ, ਉਸ ਪਰਮਾਤਮਾ ਨੇ ਬਣਾਏ, ਜਿਹਦੇ ਵਿੱਚ ਆਲੂ, ਚੌਲ, ਕੇਲੇ, ਦਲੀਆ, ਇਦਾਂ ਦੀ ਚੀਜ਼ਾਂ ਆਉਂਦੀਆਂ। ਇਹ ਕੰਪਲੈਕਸ ਕਾਰਬਸ ਆ। ਅਸੀਂ ਸਵੇਰੇ ਤੇ ਜਾਂ ਰੋਟੀ ਖਾਂਦੇ ਆ ਜਾਂ ਚਾਹ ਪੀਂਦੇ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਦਿੰਦੇ, ਤੁਸੀਂ ਆਪਣੇ ਆਪ ਦੀ ਫੀਲਿੰਗ ਕਰ ਲੈਂਦੇ, ਕਿਉਂਕਿ ਇਨਸਾਨੀ ਸਰੀਰ ਕਿੱਦਾਂ ਦਾ ਹੈ। ਸਭ ਤੋਂ ਪਹਿਲਾਂ ਆਪਣਾ ਮੂੰਹ ਦਾ ਟੇਸਟ, ਦੂਜੇ ਨੰਬਰ ਤੇ ਆਪਣੇ ਢਿੱਡ ਨੂੰ ਭਰਨ ਲਈ ਖਾਣਾ ਖਾ ਰਿਹਾ, ਨਾ ਕਿ ਉਹ ਬੋਡੀ ਨੂੰ ਕੀ ਚਾਹੀਦਾ। ਜਦੋਂ ਤੁਸੀਂ ਸਵੇਰ ਕਾਰਬਸ ਦਿੱਤੇ, ਉਹਦੇ ਨਾਲ ਤੁਹਾਡੀ ਬੋਡੀ ਜਿਹੜੀ ਆ ਉਹ ਸਲੋ ਹੋ ਜਾਣੀ ਆ। ਤੁਹਾਡਾ ਮੈਟਾਬੋਲਿਜ਼ਮ ਆ, ਹੁਣ ਇੱਥੇ ਮੈਟਾਬੋਲਿਜ਼ਮ ਨੂੰ ਮੈਂ ਥੋੜਾ ਜਿਹਾ ਕਲੀਅਰ ਕਰਨਾ ਚਾਹੂੰਗਾ। ਮੈਟਾਬੋਲਿਜ਼ਮ ਤੋਂ ਭਾਵ ਕਿ ਉਹ ਸਿਸਟਮ ਤੁਹਾਡੀ ਬੋਡੀ ਦਾ ਜਿਹੜਾ ਤੁਹਾਡੇ ਖਾਣ ਤੇ ਪੀਣ ਨੂੰ ਜਲਦੀ ਤੋਂ ਜਲਦੀ ਡਾਈਜੈਸਟ ਕਰ ਰਿਹਾ, ਤੁਹਾਡੇ ਪੀਣ ਵਾਲੇ ਸੋਰਸਿਸ ਨੂੰ ਖਾਣ। ਜਿੰਨਾ ਉਹ ਫਾਸਟ ਹੋਊਗਾ, ਉਹਨੇ ਤੁਸੀਂ ਮੋਟੇ ਘੱਟ ਹੋਵੋਗੇ, ਉਹਨੇ ਤੁਸੀਂ ਐਕਟਿਵ ਹੋਵੋਗੇ, ਉਨੀ ਤੁਹਾਡੀ ਬੋਡੀ 'ਚ એનર્ਜੀ ਰਹੂਗੀ। ਸੋ ਇਹਨਾਂ ਪ੍ਰੋਡਕਟ ਦੀ ਸਾਨੂੰ ਅਹਿਮੀਅਤ ਨਹੀਂ ਪਤਾ। ਇਸੇ ਕਰਕੇ ਸਵੇਰ ਅਸੀਂ ਉੱਠਦੇ ਕਾਰਬਸ ਖਾਂਦੇ ਆ, ਤੇ ਜਦੋਂ ਕਾਰਬਸ ਖਾਂਦੇ ਫਿਰ ਸਾਡੀ ਬੋਡੀ ਫੈਟ ਵੱਧਦੀ ਆ, એનર્ਜੀ ਲੈਵਲ ਘਟਦਾ, ਅਸੀਂ ਸਾਰਾ ਦਿਨ ਸੁਸਤ ਮਹਿਸੂਸ ਕਰਦੇ ਆ। ਪ੍ਰੋਟੀਨ ਦੀ ਜਦੋਂ ਆਪਾਂ ਗੱਲ ਕਰਦੇ ਆ, ਪ੍ਰੋਟੀਨ ਆ, ਤੁਸੀਂ ਕਿਸੇ ਨੂੰ ਕਹੋ ਕਿ ਤੁਸੀਂ ਪ੍ਰੋਟੀਨ ਖਾਓ, ਜਿੱਦਾਂ ਤੁਹਾਡੇ ਕੋਲ ਬੱਚੇ ਐਕਸਰਸਾਈਜ਼, ਮੁੰਡੇ ਕੁੜੀਆਂ ਕਰਨ ਆਉਂਦੇ ਆ, ਤੁਸੀਂ ਕਿਸੇ ਨੂੰ ਸਿੰਪਲੀ ਕਹਿ ਦਿਓ ਪ੍ਰੋਟੀਨ ਖਾਓ, ਜਾਂ ਆਪਣੇ ਘਰ ਪਰਿਵਾਰ 'ਚ ਆਪਾਂ ਕਿਸੇ ਨੂੰ ਕਹਿ ਦਈਏ, ਤੇ ਜਦੋਂ ਪ੍ਰੋਟੀਨ ਦਾ ਨਾਂ ਆਉਂਦਾ, ਫਿਰ ਡੱਬਾ ਕਿਉਂ ਸਾਡੇ ਧਿਆਨ ਦੇ ਵਿੱਚ ਆਉਂਦਾ ਕਿ ਡੱਬਾ ਖਾਣਾ, ਹੁਣ ਸਾਨੂੰ ਡੱਬਾ ਖਾਣ ਲਈ ਕਿਹਾ ਗਿਆ। ਜਦੋਂ ਸਾਨੂੰ ਮਾਰਕੀਟ 'ਚ ਕਿਸੇ ਪ੍ਰੋਡਕਟ ਦੀ ਅਹਿਮੀਅਤ ਨਹੀਂ ਪਤਾ, ਜਦੋਂ ਸਾਨੂੰ ਪ੍ਰੋਡਕਟ ਦੀ ਅਹਿਮੀਅਤ ਨਹੀਂ ਪਤਾ, ਫਿਰ ਸਾਨੂੰ ਇਹੀ ਲੱਗਦਾ ਕਿ ਸ਼ਾਇਦ ਜਿਹੜਾ ਪ੍ਰੋਟੀਨ ਆ ਉਹ ਅਸੀਂ ਡੱਬੇ ਤੋਂ ਹੀ ਲੈਣਾ, ਜਦ ਕਿ ਇਹ ਸਰਾਸਰ ਗਲਤ ਆ। ਉਹਦੇ ਨਾਲ ਮੈਂ ਇੱਕ ਹੋਰ ਜੁੜੀ ਹੋਈ ਗੱਲ ਕਲੀਅਰ ਕਰ ਦਿਆਂ। ਜਦੋਂ ਇੱਕ ਨਵਾਂ ਜੰਮਿਆ ਬੱਚਾ ਵੀ ਹੁੰਦਾ ਕੁਝ ਘੰਟਿਆਂ ਦਾ, ਉਹਨੂੰ ਵੀ ਡਾਕਟਰ ਪ੍ਰੋਟੀਨ ਹੀ ਰਿਕਮੈਂਡ ਕਰਦਾ, ਤਾਂ ਮਾਂ ਦੇ ਦੁੱਧ ਤੋਂ ਪ੍ਰੋਟੀਨ ਹੀ ਲੈਂਦਾ ਆ। ਡੱਬੇ ਵਾਲੀ ਗੱਲ ਤੇ ਮੈਂ ਬਾਅਦ ਚਾਹੂੰਗਾ, ਪਹਿਲਾਂ ਅਸੀਂ ਗੱਲ ਕਰਦੇ ਵੀ ਪ੍ਰੋਟੀਨ ਦੇ ਸਾਨੂੰ ਜਦੋਂ ਸੋਰਸਿਸ ਬਾਰੇ ਨਹੀਂ ਪਤਾ, ਅਸੀਂ ਇਹ ਸੋਚਦੇ ਸ਼ਾਇਦ ਸਾਨੂੰ ਪ੍ਰੋਟੀਨ ਡੱਬੇ ਤੋਂ ਹੀ ਮਿਲਣਾ। ਨਹੀਂ, ਇਹਦੇ ਅਸੀਂ ਸਰਾਸਰ ਗਲਤ ਸੋਚਦੇ ਹਾਂ, ਕਿਉਂਕਿ ਅਸੀਂ ਬਹੁਤ ਸਿਆਣੇ ਆ, ਸਾਡੇ ਪਿੰਡ ਦੇ, ਸਾਡੇ ਸ਼ਹਿਰ ਦੇ, ਪੰਜਾਬ ਦੇ ਲੋਕ ਬਹੁਤ ਸਮਝਦਾਰ, ਬਟ ਜਦੋਂ ਤੱਕ ਇਹਨਾਂ ਨੂੰ ਕੋਈ ਵੀ ਇਨਸਾਨ ਆ, ਚਾਹੇ ਇਹ ਆ ਚਾਹੇ ਅਸੀਂ ਆ, ਇਹਨਾਂ ਨੂੰ ਉਸ ਪ੍ਰੋਡਕਟ ਦੀ ਅਹਿਮੀਅਤ ਨਹੀਂ ਪਤਾ, ਉਸ ਦੀ ਕੀਮਤ ਨਹੀਂ ਪਤਾ, ਉਹਦੀ ਸਮਝ ਨਹੀਂ ਹੈਗੀ, ਉਦੋਂ ਤੱਕ ਕੋਈ ਵੀ ਅਣਜਾਣ ਹੀ ਆ, ਉਹ ਦੂਸਰੀ ਚੀਜ਼ ਨੂੰ ਹੀ ਦੋਸ਼ ਦਊਗਾ। ਇੱਥੇ ਵੀ ਇਹੀ ਚੀਜ਼ ਲਾਗੂ ਹੁੰਦੀ ਆ ਕਿ ਜਦੋਂ ਅਸੀਂ ਪ੍ਰੋਟੀਨ ਦੀ ਗੱਲ ਕਰਦੇ, ਡੱਬਾ ਦਿਮਾਗ 'ਚ ਆਉਂਦਾ, ਜਦ ਕਿ ਤੁਹਾਡੀ ਜਿਹੜੀ ਡਾਈਟ ਆ ਘਰੇਲੂ, ਜੇ ਤੁਸੀਂ ਆਲੂ ਖਾਣੇ, ਚੌਲ ਖਾਣੇ, ਦੁੱਧ ਪੀਣੇ, ਪਨੀਰ ਖਾਣੇ, ਚਿਕਨ ਖਾਣੇ ਆ, ਐਗ ਖਾਣੇ, ਸਾਰੀਆਂ ਚੀਜ਼ਾਂ ਤੋਂ ਪ੍ਰੋਟੀਨ ਮਿਲ ਰਿਹਾ। ਤੇ ਹਰ ਸਰੀਰ, ਧਰਤੀ ਤੇ ਕੋਈ ਵੀ ਸਰੀਰ ਆ,
ਇਨਸਾਨੀ ਸਰੀਰ ਪ੍ਰੋਟੀਨ ਤੋਂ ਬਿਨਾ ਨਹੀਂ ਚੱਲਦਾ, ਚਾਹੇ ਉਹ ਬੱਚੇ ਦਾ ਹੋਵੇ ਚਾਹੇ ਜਵਾਨ ਦਾ ਹੋਵੇ। ਹੁਣ ਜਦੋਂ ਸਾਨੂੰ ਪ੍ਰੋਟੀਨ ਦੀ ਸੋਰਸਿਸ ਦਾ ਨਹੀਂ ਪਤਾ, ਫਿਰ ਅਸੀਂ ਗੱਲ ਡੱਬੇ ਤੇ ਹੀ ਘੁਮਾ ਕੇ ਲਿਆਵਾਂਗੇ। ਬਟ ਇਦਾਂ ਦਾ ਸਰੀਰ ਹੀ ਕੋਈ ਹੈ ਨਹੀਂ ਧਰਤੀ ਤੇ ਜਿਹੜਾ ਬਿਨਾ ਪ੍ਰੋਟੀਨ ਤੋਂ ਚੱਲ ਰਵੇ। ਜੇ ਤੁਸੀਂ ਕਹਿੰਦੇ ਕਿ ਪ੍ਰੋਟੀਨ ਅਸੀਂ ਨਹੀਂ ਖਾਵਾਂਗੇ ਤਾਂ ਅਸੀਂ ਫਿਰ ਕਿਹੜਾ ਕੋਈ ਪ੍ਰੋਬਲਮ ਚ ਆ ਜਾਵਾਂਗੇ। ਅਸੀਂ ਤਾਂ ਹੀ ਤੇ એનર્ਜੀ ਲੋ ਰਹਿੰਦੀ ਆ, ਤਾਂ ਹੀ ਤੇ ਸਾਡੀ ਬੋਡੀ ਫੈਟ ਵੱਧਦੀ ਆ, ਤਾਂ ਹੀ ਤੇ ਸਾਡਾ ਜਿਹੜਾ ਸਾਰਾ ਦਿਨ ਜਿਹੜਾ ਸੁਭਾਅ ਆ ਸੁਸਤ ਤੇ ਚਿੜਚਿੜਾ ਰਹਿੰਦਾ ਹੈ। ਉਹਦਾ ਰੀਜ਼ਨ ਹੀ ਇਹ ਆ ਕਿਉਂਕਿ ਅਸੀਂ ਜਦੋਂ ਪ੍ਰੋਟੀਨ ਦੀ ਗੱਲ ਕਰਾਂਗੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡੇ ਫੂਡ 'ਚ ਹੀ ਪ੍ਰੋਟੀਨ ਆ, ਘੱਟ ਮਾਤਰਾ 'ਚ ਪਰ ਹੈ। ਡੱਬਾ ਅਸੀਂ ਕਿਦੋਂ ਯੂਜ਼ ਕਰਨਾ, ਮੈਂ ਉਸ ਗੱਲ ਤੇ ਆਉਣਾ। ਜੇ ਅਸੀਂ ਡੱਬੇ ਦੀ ਗੱਲ ਕਰੀਏ, ਪ੍ਰੋਟੀਨ ਸਪਲੀਮੈਂਟ ਜਿਹਨੂੰ ਅਸੀਂ ਕਹਿੰਦੇ ਆ, ਡੱਬਾ ਵਰਡ ਅਸੀਂ ਤਾਂ ਯੂਜ਼ ਕਰਦੇ ਹਾਂ ਕਿ ਸਾਡੇ ਆਮ ਸਮਾਜ 'ਚ ਯੂਜ਼ ਹੁੰਦਾ ਹੈ, ਬਟ ਉਹਦਾ ਸਹੀ ਨਾਮ ਅਸੀਂ ਕਹਿੰਦੇ ਕਿ ਪ੍ਰੋਟੀਨ ਸਪਲੀਮੈਂਟ ਆ। ਉਹ ਇੱਕ ਮਤਲਬ ਤੁਹਾਨੂੰ ਜਦੋਂ ਪ੍ਰੋਟੀਨ ਸੋਰਸਿਸ ਦੋ ਜਗ੍ਹਾ ਤੇ ਡੱਬਾ ਕੰਮ ਆਉਂਦਾ, 2 ਤੋਂ 3 ਜਗ੍ਹਾ ਤੇ ਵੀ ਕੰਮ ਆ ਜਾਂਦਾ। ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕੋਲ ਪ੍ਰੋਟੀਨ ਸੋਰਸ ਖਾਣ ਲਈ ਸਮਾਂ ਹੈ ਨਹੀਂ, ਦੂਸਰੀ ਗੱਲ ਉਹਨਾਂ ਨੂੰ ਪਚਾਉਣ ਲਈ ਤੁਹਾਡੀ ਬੋਡੀ ਸੈੱਟ ਨਹੀਂ ਹੈਗੀ, ਤੀਸਰੀ ਗੱਲ ਤੁਹਾਡੇ ਕੋਲ ਬਣਾਉਣ ਨੂੰ ਉਹਦੇ ਲਈ ਸਮਾਂ ਹੈ ਨਹੀਂ। ਇੱਕ ਤਾਂ ਪਹਿਲਾਂ ਖਾਣ ਨੂੰ ਸਮਾਂ ਹੈ ਨਹੀਂ, ਹੁਣ ਅਸੀਂ ਫੂਡ ਲੈ ਕੇ ਜਾਵਾਂਗੇ, ਸਾਨੂੰ ਕਿਤੇ ਜੇ ਅਸੀਂ ਮੰਨ ਲਓ ਡਰਾਈਵ ਕਰਦੇ ਜਾਂ ਕਿਤੇ ਅਸੀਂ ਮੀਟਿੰਗ 'ਚ ਬੈਠੇ ਜਾਂ ਕਿਤੇ ਵੀ ਅਸੀਂ ਆਪਣੇ ਕੰਮ ਤੇ ਆ, ਸਾਨੂੰ ਫੂਡ ਸਾਈਡ ਤੇ ਹੋ ਕੇ ਖਾਣਾ ਪੈਣਾ ਜਾਂ ਕਾਰ ਸਾਨੂੰ ਸਾਡੀ ਰੋਕ ਕੇ ਖਾਣਾ ਪੈਣਾ। ਹੁਣ ਜਦੋਂ ਅਸੀਂ ਪ੍ਰੋਟੀਨ ਸਪਲੀਮੈਂਟ ਆ ਪਾਣੀ ਲਿਆ, ਕੀਤਾ, ਪੀ ਲਿਆ, ਬੋਡੀ ਨੂੰ ਪ੍ਰੋਟੀਨ ਮਿਲ ਗਿਆ, ਬਟ ਉਹ ਜ਼ਰੂਰਤ ਉਦੋਂ ਆ ਜਦੋਂ ਤੁਹਾਨੂੰ ਉਸ ਪ੍ਰੋਡਕਟ ਤੇ ਜਾ ਕੇ ਰਿਜ਼ਲਟ ਨਹੀਂ ਆ ਰਿਹਾ, ਡਾਈਟ ਨਾਲ ਰਿਜ਼ਲਟ ਨਹੀਂ ਆ ਰਿਹਾ, ਤੁਹਾਡੇ ਕੋਲ ਬਣਾਉਣ ਦਾ ਸਮਾਂ ਹੈ ਨਹੀਂ। ਉਸ ਤੋਂ ਵੀ ਜ਼ਰੂਰੀ ਗੱਲ, ਤੁਹਾਡੇ ਕੋਲ ਉਹਨੂੰ ਡਾਈਜੈਸਟ ਕਰਨ ਲਈ ਬੋਡੀ 'ਚ એનર્ਜੀ ਨਹੀਂ ਹੈਗੀ। ਇਹ ਪ੍ਰੋਟੀਨ ਸਪਲੀਮੈਂਟ ਉਦੋਂ ਕੰਮ ਆਉਂਦੇ। ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕੀਤੀ ਕਿ ਪ੍ਰੋਟੀਨ ਦਾ ਡੱਬਾ ਸਾਡੇ ਦਿਮਾਗ 'ਚ ਆਉਂਦਾ ਕਿ ਉਹ ਸਾਨੂੰ ਉਹ ਈਜ਼ੀ ਲੱਗਣ ਲੱਗ ਪਿਆ। ਦੂਸਰੀ ਗੱਲ, ਸਾਡੇ ਫੂਡ 'ਚ ਪ੍ਰੋਟੀਨ ਦੀ ਮਾਤਰਾ ਵੀ ਘੱਟ ਆ। ਮੈਂ ਉੱਥੇ ਗੱਲ ਨੂੰ ਇੱਥੇ ਖਤਮ ਕਰੂੰਗਾ ਕਿ ਜਿਹੜਾ ਪ੍ਰੋਟੀਨ ਆ ਉਹ ਸਾਨੂੰ ਪਹਿਲਾਂ ਤਾਂ ਸਾਡੇ ਫੂਡ ਤੋਂ ਲੈਣਾ ਚਾਹੀਦਾ ਤੇ ਲੈਣਾ ਬਣਦਾ ਆ। ਜੇ ਤੁਸੀਂ ਫੂਡ ਵਾਲਾ ਪ੍ਰੋਟੀਨ ਨਹੀਂ ਲੈਂਦੇ, ਤੁਹਾਡੀ ਬੋਡੀ ਸਪਲੀਮੈਂਟ ਵਾਲਾ ਪ੍ਰੋਟੀਨ ਵੀ ਡਾਈਜੈਸਟ ਨਹੀਂ ਕਰੂਗੀ। ਪ੍ਰੋਟੀਨ ਦੀ ਜਦੋਂ ਆਪਾਂ ਗੱਲ ਕਰਦੇ ਆ, ਇੱਕ ਵੈਜੀਟੇਰੀਅਨ ਬੰਦਾ, ਤੁਸੀਂ ਪਿਓਰ ਵੈਜੀਟੇਰੀਅਨ ਹੋ, ਤੇ ਇੱਕ ਨਾਨ ਵੈਜੀਟੇਰੀਅਨ ਬੰਦਾ, ਹੁਣ ਉਹ ਦੋਨੋਂ ਕਿੱਦਾਂ ਦਾ ਪ੍ਰੋਟੀਨ ਜਿਹੜਾ ਉਹ ਖਾ ਸਕਦੇ ਆ? ਦੇਖੋ, ਪ੍ਰੋਟੀਨ ਅਸੀਂ ਜੇ ਵੈਜ ਨਾਨ ਵੈਜ ਦੀ ਗੱਲ ਕਰੀਏ, ਇੱਥੇ ਸਭ ਤੋਂ ਪਹਿਲਾਂ ਮੈਂ ਇੱਕ ਸਵਾਲ ਵੀ ਖੜਾ ਹੁੰਦਾ, ਉਹਦਾ ਮੈਂ ਤੁਹਾਨੂੰ ਆਨਸਰ ਦੇਣਾ ਚਾਹਾਂਗਾ ਕਿ ਬੋਡੀ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕਰਦੀ। ਸਾਡਾ ਸਰੀਰ ਨਾ ਤਾਂ ਵੈਜ ਦੀ ਡਿਮਾਂਡ ਕਰ ਰਿਹਾ, ਨਾ ਹੀ ਉਹ ਨਾਨ ਵੈਜ ਦੀ ਡਿਮਾਂਡ ਕਰ ਰਿਹਾ, ਨਾ ਹੀ ਉਹ ਸਪਲੀਮੈਂਟ ਪ੍ਰੋਟੀਨ ਵਾਲਾ ਜਿਹੜਾ ਸੀ ਡੱਬੇ ਦੀ ਗੱਲ ਕੀਤੀ ਉਹਦੀ ਕਰ ਰਿਹਾ। ਸਰੀਰ ਸਾਡਾ ਡਿਮਾਂਡ ਕਰਦਾ ਸਿਰਫ ਤੇ ਸਿਰਫ ਪ੍ਰੋਟੀਨ ਸੋਰਸ ਦੀ। ਜਿੱਦਾਂ ਇੱਕ ਬਾਈਕ ਚੱਲਣ ਲਈ ਫਿਊਲ ਦੀ ਡਿਮਾਂਡ ਕਰਦੀ, ਕਾਰ ਫਿਊਲ ਦੀ ਤੇਲ ਦੀ ਡਿਮਾਂਡ ਕਰਦੀ, ਇਹਦੇ ਸਾਡਾ ਸਰੀਰ ਪ੍ਰੋਟੀਨ ਦੀ ਡਿਮਾਂਡ ਕਰਦਾ। ਹੁਣ ਗੱਲ ਆਉਂਦੀ ਆ ਵੈਜ ਨਾਨ ਵੈਜ ਸੋਰਸਿਸ ਦੀ। ਹੁਣ ਉੱਥੇ ਅਸੀਂ ਜੇ ਗੱਲ ਕਰਦੇ ਆ, ਦੋਨਾਂ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਦਾ ਥੋੜਾ ਬਹੁਤਾ ਫੇਰ ਬਦਲ ਹੁੰਦਾ ਹੈ। ਦੋਨਾਂ ਸੋਰਸਿਸ ਲੱਭਣ ਨੂੰ ਸਾਨੂੰ ਮੁਸ਼ਕਲਾਤ ਹੁੰਦੀ, ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਈਜ਼ੀ ਜਿਹੜੇ ਸਾਨੂੰ ਸੋਰਸ ਲੱਗਦੇ ਤੇ ਈਜ਼ੀ ਮਿਲ ਵੀ ਜਾਂਦੇ ਆ। ਤੇ ਜਿਹੜੀ ਇੱਕ ਆਮ ਇੱਕ ਸੋਚ ਵੀ ਬਣੀ ਹੋਈ ਆ ਕਿ ਜੇ ਮੈਂ ਨਾਨ ਵੈਜ ਖਾਊਂਗਾ ਤਾਂ ਮੈਂ ਵਧੀਆ ਬੋਡੀ ਬਣਾ ਲੂੰਗਾ, ਭਾਵ ਕਿ ਜੇ ਮੈਂ ਚਿਕਨ ਖਾਊਂਗਾ, ਐਗ ਖਾਊਂਗਾ ਤਾਂ ਮੈਂ ਜਿੱਦਾਂ ਦਾ ਉੱਥੇ ਮਾਸ ਹੈਗਾ ਜਾਂ ਚਿਕਨ ਜਿੱਦਾਂ ਦਾ ਭਾਰਾ ਮੈਂ ਉਦਾਂ ਦਾ ਹੋ ਜਾਊਗਾ। ਦਿਮਾਗੀ ਤੌਰ ਤੇ ਕਿਉਂ ਲੋਕ ਇੱਥੇ ਸਟਕ ਹੋ ਜਾਂਦੇ? ਮੈਂ ਸੁਣਿਆ ਜਿਮ ਦੇ ਵਿੱਚ ਆਲੇ ਦੁਆਲੇ 'ਚ ਕਿ ਪਨੀਰ ਜਿਹੜਾ ਆ ਉਹ ਅਗਰ ਮੈਂ ਪ੍ਰੋਟੀਨ ਲੈਣਾ ਉੱਥੋਂ ਉਹਨਾਂ ਨਹੀਂ ਮੈਂ ਲੈ ਸਕਦਾ, ਮੈਂ ਚਿਕਨ ਤੋਂ ਮੈਨੂੰ ਪ੍ਰੋਟੀਨ ਜ਼ਿਆਦਾ ਮਿਲਦਾ। ਦੇਖੋ, ਜਿਹੜੇ ਪ੍ਰੋਡਕਟ ਦੀ ਡਿਮਾਂਡ ਉਹਦੀ ਪੂਰਤੀ ਜ਼ਿਆਦਾ ਆ, ਲੋਕ ਉਹਦੇ ਵੱਲ ਦੌੜਨਗੇ। ਮਾਰਕੀਟ 'ਚ ਜਿਹੜਾ ਅਸੀਂ ਜੇ ਗੱਲ ਕਰਦੇ, ਚਿਕਨ ਸਾਨੂੰ ਆਮ ਮਿਲ ਜਾਂਦਾ, ਜੇ ਅਸੀਂ ਗੱਲ ਕਰਦੇ ਆ ਐਗ ਸਾਨੂੰ ਆਮ ਮਿਲ ਜਾਂਦੇ। ਦੂਸਰੀ ਗੱਲ, ਉਹੀ ਸੋਚ ਬਣ ਗਈ, ਕਿਉਂਕਿ ਜੋ ਸੋਚ ਕਹਿੰਦੀ ਆ ਉਹੀ ਅਸੀਂ ਕਰਦੇ, ਜੋ ਆਲਾ ਦੁਆਲਾ ਕਹਿੰਦਾ। ਪਰ ਸਰੀਰ ਕਿਸੇ ਵੀ ਚੀਜ਼ ਦੀ ਡਿਮਾਂਡ ਨਹੀਂ ਕਰਦਾ। ਤੁਸੀਂ ਕਦੀ ਇਹ ਮਹਿਸੂਸ ਕੀਤਾ ਕਿ ਮੇਰਾ ਸਰੀਰ ਜਾਂ ਮੇਰਾ ਮੂੰਹ ਕੀ ਮਹਿਸੂਸ ਕਰ ਰਿਹਾ, ਜਾਂ ਮੇਰਾ ਦਿਮਾਗ ਜੋ ਕਹਿੰਦਾ, ਜੋ ਮੇਰਾ ਸਵਾਦ ਆ ਮੈਂ ਉਹ ਚੀਜ਼ ਖਾਣੀ ਚਾਹੁੰਦਾ? ਉੱਥੇ ਗੱਲ ਆ ਜਾਂਦੀ, ਅਸੀਂ ਵੈਜ ਨਾਨ ਵੈਜ ਸੋਰਸਿਸ ਤੋਂ ਸੋਚਣਾ ਆ ਕਿ ਮੈਨੂੰ ਕੀ ਪਸੰਦ ਆ। ਸਭ ਤੋਂ ਪਹਿਲਾਂ ਜਿਹੜਾ ਵੈਜ ਸੋਰਸ ਨਾਨ ਵੈਜ ਸੋਰਸਿਸ ਆ ਉਹਨਾਂ ਦੇ ਵਿੱਚ ਅਸੀਂ ਐਗ ਦੀ ਵਰਤੋਂ ਜ਼ਿਆਦਾ ਕਰ ਸਕਦੇ ਹਾਂ, ਚਿਕਨ ਦੀ ਵਰਤੋਂ ਜ਼ਿਆਦਾ ਕਰ ਸਕਦੇ, ਮਟਨ ਦੀ ਵਰਤੋਂ ਤੁਸੀਂ ਜ਼ਿਆਦਾ ਕਰ ਸਕਦੇ, ਬੱਕਰੇ ਦਾ ਮੀਟ ਜਿਹਨੂੰ ਅਸੀਂ ਕਹਿੰਦੇ, ਤੇ ਫਿਸ਼ ਦੀ ਵਰਤੋਂ ਜ਼ਿਆਦਾ ਕਰ ਸਕਦੇ ਆ। ਇਹਦੇ ਕੰਪੈਰੀਟਿਵ ਹੀ ਜੇ ਅਸੀਂ ਗੱਲ ਕਰੀਏ ਨਾਨ ਵੈਜ ਸੋਰਸਿਸ ਦੀ, ਵੈਜੀਟੇਰੀਅਨ ਸੋਰਸਿਸ ਦੀ, ਉਹਦੇ ਵਿੱਚ ਤੁਹਾਡੇ ਆ ਜਾਂਦਾ ਪਨੀਰ ਆ ਜਾਂਦਾ, ਦਾਲਾਂ ਆ ਜਾਂਦੀਆਂ, ਹਰੀਆਂ ਫਲੀਆਂ ਆ ਜਾਂਦੀਆਂ, ਪੀਨਟ ਆ ਜਾਂਦੇ ਆ, ਮੂੰਗਫਲੀ ਦੇ ਦਾਣੇ ਆ ਜਾਂਦੇ ਆ, ਬਦਾਮ, ਅਖਰੋਟ, ਇਹ ਚੀਜ਼ਾਂ ਆ ਜਾਂਦੀਆਂ, ਦੁੱਧ ਆ ਜਾਂਦਾ ਆ, ਡਾਇਰੀ ਪ੍ਰੋਡਕਟ ਜਿਨ੍ਹਾਂ ਨੂੰ ਅਸੀਂ ਕਹਿੰਦੇ, ਉਹਨਾਂ ਦੀ ਵਰਤੋਂ ਤੁਹਾਨੂੰ ਜਦੋਂ ਕਰੋਗੇ ਉਹਦੇ ਵਿੱਚ ਪ੍ਰੋਟੀਨ ਨੂੰ ਥੋੜਾ ਜਿਹਾ ਪਚਾਉਣ ਵਿੱਚ ਵੀ ਮੁਸ਼ਕਲ ਹੋਣੀ ਆ, ਪਲੱਸ ਉਹ ਸੋਰਸਿਸ ਵੀ ਲੱਭਣ 'ਚ ਮੁਸ਼ਕਲ ਹੋਣੀ ਆ, ਪਲੱਸ ਉਹਨਾਂ ਨੇ ਡਾਈਜੈਸਟ ਲੇਟ ਹੋਣਾ ਹੀ ਹੋਣਾ। ਇਸ ਕਰਕੇ ਜਿਹੜੀ ਵਰਤੋਂ ਆ ਉਹ ਚਿਕਨ ਐਗ ਨੂੰ ਜ਼ਿਆਦਾ ਦਿੱਤੀ ਜਾਂਦੀ। ਬਾਕੀ ਜਿਹਨੇ ਜਿਹੜਾ ਕੰਮ ਕਰਨਾ ਹੈ ਉਹਨੂੰ ਕਰਨ ਦੇ ਹੱਲ ਤੇ ਤਰੀਕੇ ਲੱਭ ਲੈਣੇ ਆ।
ਹੁਣ ਜਦੋਂ ਕਿਸੇ ਨੇ ਚਿਕਨ ਖਾਣਾ ਹੈ ਉਹਨੇ ਇਹ ਸੋਚਣਾ ਹੈ ਕਿ ਮੈਂ ਚਿਕਨ ਖਾਊਂਗਾ ਤਾਂ ਮੈਂ ਸਟਰੋਂਗ ਹੋ ਜਾਊਂਗਾ। ਜਦੋਂ ਕੋਈ ਵੈਜੀਟੇਰੀਅਨ ਬੰਦਾ ਉਹਦਾ ਸਭ ਤੋਂ ਪਹਿਲਾਂ ਉਹਦੇ ਮਨ 'ਚ ਭਾਵਨਾ ਆਉਂਦੀ ਵੈਜੀਟੇਰੀਅਨ ਬੰਦੇ, ਮੈਂ ਕਿਸੇ ਸੋਰਸ ਜਾਂ ਕਿਸੇ ਇਨਸਾਨ ਨੂੰ ਇੱਥੇ ਕੋਈ ਮਾੜਾ ਨਹੀਂ ਕਹਿ ਰਿਹਾ, ਵੈਜੀਟੇਰੀਅਨ ਜਿਹੜਾ ਬੰਦਾ ਉਹ ਹਮੇਸ਼ਾ ਚਿਕਨ ਨੂੰ ਇਹ ਕਹੂਗਾ ਕਿ ਨਹੀਂ ਮੈਂ ਇਹਨੂੰ ਨਹੀਂ ਖਾਣਾ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ, ਜੇ ਮੈਂ ਆਪਣੀ ਗੱਲ ਕਰਾਂ ਐਜ਼ ਏ ਵੈਜੀਟੇਰੀਅਨ, ਕਿ ਮੈਂ ਜੇ ਕਿਸੇ ਜਾਨਵਰ ਨੂੰ ਮਾਰ ਕੇ ਖਾਣਾ ਕਿ ਮੈਂ ਉਹਦੇ ਵਿੱਚ ਸ਼ਾਇਦ ਗਰੋਥ ਨਾ ਕਰ ਪਾਵਾਂ, ਵਾਧਾ ਨਾ ਕਰ ਪਾਵਾਂ, ਆਪਣੀ ਜਿਹੜੀ ਬੋਡੀ ਨੂੰ ਲੈ ਕੇ ਮੈਨੂੰ ਕਈ ਦਿੱਕਤਾਂ ਆਉਣਗੀਆਂ। ਵੈਜੀਟੇਰੀਅਨ ਬੰਦਾ ਇਹ ਸੋਚਦਾ ਆ। ਦੂਸਰੀ ਗੱਲ, ਵੈਜੀਟੇਰੀਅਨ ਜਿਹੜੀ ਪ੍ਰੋਟੀਨ ਆ ਉਹ ਸਾਨੂੰ ਕਾਫੀ ਹੱਦ ਤੱਕ ਜਿਹੜੀਆਂ ਪ੍ਰੋਬਲਮ ਆ, ਬਿਮਾਰੀਆਂ ਆ, ਉਹਦੇ ਤੋਂ ਬਚਾਉਂਦੀ ਆ ਕੰਪੈਰੀਟਿਵ ਨੌਨ ਵੈਜ ਖਾਣ ਵਾਲੇ ਨੂੰ ਥੋੜ੍ਹੀਆਂ ਜਿੱਦਾਂ ਬਿਮਾਰੀਆਂ ਦਾ ਜਿਹੜਾ ਸੱਦਾ ਆ ਉਹ ਜ਼ਿਆਦਾ, ਬੋਡੀ ਬਿਮਾਰੀਆਂ ਜ਼ਿਆਦਾ ਖਿੱਚਣ ਦੀ ਕੋਸ਼ਿਸ਼ ਤੁਸੀਂ ਕਰਦੀ। ਬਿਮਾਰੀਆਂ ਦੀ ਗੱਲ ਕੀਤੀ, ਬਿਮਾਰੀ ਦੀ ਗੱਲ ਕਰਦੀ ਹੈ, ਲੋਕਾਂ ਦੀ ਵੀ ਅਕਸਰ ਇੱਕ ਮਿੱਥ ਬਣੀ ਹੋਈ ਹੈ, ਇੱਕ ਗੱਲ ਬਣੀ ਹੋਈ ਹੈ ਕਿ ਜੇ ਮੈਂ ਪ੍ਰੋਟੀਨ ਜ਼ਿਆਦਾ ਲਵਾਂ ਤਾਂ ਮੇਰੇ ਕੱਲ੍ਹ ਨੂੰ ਕਿਡਨੀਜ਼ ਮੇਰੀਆਂ ਖਰਾਬ ਹੋ ਜਾਣਗੀਆਂ, ਮੇਰੇ ਗੁਰਦੇ ਖਰਾਬ ਹੋ ਜਾਣੇ ਆ। ਦੇਖੋ ਉਹਦੇ ਵਿੱਚ ਮੈਂ ਇੱਕ ਚੀਜ਼ ਗੱਲ ਕਰੂੰਗਾ ਕਿ ਜਿਹੜਾ ਬੰਦਾ ਪ੍ਰੋਟੀਨ ਨਹੀਂ ਲੈਂਦਾ ਕੀ ਉਹਦੀ ਡੈਥ ਨਹੀਂ ਹੋਣੀ, ਉਹਨੂੰ ਬਿਮਾਰੀ ਨਹੀਂ ਲੱਗਣੀ। ਸਾਨੂੰ ਪਹਿਲਾਂ ਸੱਚ ਇਹ ਮੰਨਣਾ ਪੈਣਾ ਕਿ ਜਿਹੜੀ ਸਾਡੀ ਬੋਡੀ ਆ, ਜਿਹੜਾ ਸਾਡਾ ਸਰੀਰ ਆ, ਉਹ ਆਇਆ ਧਰਤੀ ਤੋਂ, ਉਹਨੇ ਜਾਣਾ ਵੀ ਹੈ। ਇਹ ਸਾਨੂੰ ਆਪਣੇ ਦਿਮਾਗ 'ਚ ਰੱਖਣੀ ਪੈਣੀ ਗੱਲ। ਤੇ ਜੇ ਅਸੀਂ ਇਹ ਸੋਚੀਏ ਜਿਹੜੇ ਬੰਦੇ ਪ੍ਰੋਟੀਨ ਨਹੀਂ ਖਾਂਦੇ, ਤੁਹਾਡੇ ਜਾਂ ਮੇਰੇ ਜਾਂ ਜਿਹੜੇ ਸਾਨੂੰ ਸੁਣ ਰਹੇ ਆ, ਇਹਨਾਂ ਦੇ ਆਲੇ ਦੁਆਲੇ ਕਿੰਨੇ ਇਦਾਂ ਦੇ ਬੰਦੇ ਆ ਜਿਨ੍ਹਾਂ ਦੀਆਂ ਕਿਡਨੀਆਂ ਖਰਾਬ ਹੋ ਜਾਂਦੀਆਂ, ਤਾਂ ਉਹਨਾਂ ਨੂੰ ਪ੍ਰੋਟੀਨ ਜਿਹੜਾ ਆ ਉਹਨਾਂ ਨੇ ਕਦੀ ਲੋੜ ਤੋਂ ਵੱਧ ਖਾਦਾ ਹੀ ਨਹੀਂ ਹੁੰਦਾ, ਸਿਰਫ ਉਹ ਆਪਣੇ ਖਾਣੇ 'ਚੋਂ ਪ੍ਰੋਟੀਨ ਲੈ ਰਹੇ। ਉਦੋਂ ਪ੍ਰੋਬਲਮ ਕਿਉਂ ਆਉਂਦੀ ਆ, ਉੱਥੇ ਸਵਾਲ ਖੜਾ ਹੁੰਦਾ ਆ। ਕਦੀ ਅਸੀਂ ਇਹ ਦੇਖਿਆ, ਬਹੁਤ ਰੇਅਰ ਹੁੰਦਾ ਕਿ ਜਿਹੜੇ ਬੰਦੇ ਬੋਡੀ ਬਿਲਡਰ ਆ ਜਾਂ ਜ਼ਿਆਦਾ ਓਵਰ ਪ੍ਰੋਟੀਨ ਯੂਜ਼ ਕਰਦੇ ਉਹਨਾਂ ਨੂੰ ਬਿਮਾਰੀਆਂ ਆਉਣ। ਨਹੀਂ, ਅਸੀਂ ਸਭ ਤੋਂ ਪਹਿਲਾਂ ਇਹ ਮੰਨਣਾ ਆ ਕਿ ਸਾਨੂੰ ਬਿਮਾਰੀ ਲੱਗਣੀ, ਪਰ ਬਿਮਾਰੀ ਤੋਂ ਬਚਣ ਦੇ ਜਿਹੜੇ ਤਰੀਕੇ ਆ, ਉਹਨੂੰ ਸਮਝਣ ਦੇ ਜਿਹੜੇ ਤਰੀਕੇ ਆ, ਉਹ ਸਾਨੂੰ ਖੁਦ ਨੂੰ ਅਪਣਾਉਣੇ ਪੈਣੇ। ਜੇ ਅਸੀਂ ਕਿਡਨੀਆਂ ਨੂੰ ਬਿਮਾਰੀ ਦੀ ਗੱਲ ਕਰੀਏ, ਫਿਰ ਮੈਂ ਉੱਥੇ ਇੱਕੋ ਗੱਲ ਦਾ ਜਵਾਬ ਮੰਗਣਾ ਚਾਹੂੰਗਾ ਕਿ ਜੇ ਤੁਸੀਂ ਪ੍ਰੋਟੀਨ ਨਹੀਂ ਖਾਂਦੇ ਐਕਸਟਰਾਆਰਡਨਰੀ, ਕੀ ਤੁਸੀਂ ਧਰਤੀ ਤੋਂ ਨਹੀਂ ਜਾਣਾ? ਕੀ ਤੁਸੀਂ ਅਮਰ ਹੋ ਗਏ ਜੇ ਤੁਸੀਂ ਪ੍ਰੋਟੀਨ ਨਹੀਂ ਖਾਂਦੇ? ਨਹੀਂ, ਪ੍ਰੋਟੀਨ ਖਾਣੇ ਆ ਤਾਂ ਵੀ ਪ੍ਰੋਬਲਮ ਆਉਣੀ ਆ। ਜਿਹੜਾ ਇੱਕ ਸਰੀਰ ਆ ਉਹਨੂੰ ਬਿਮਾਰੀ ਲੱਗਣੀ, ਉਹ ਕਿਡਨੀ ਦੀ ਹੋਵੇ, ਉਹ ਹਾਰਟ ਦੀ ਹੋਵੇ, ਪ੍ਰੋਟੀਨ ਨਹੀਂ ਖਾਂਦੇ ਤਾਂ ਵੀ ਲੱਗਣੀ। ਇਹ ਇੱਕ ਸੱਚ ਆ। ਪਰ ਉਸ ਤੋਂ ਪਹਿਲਾਂ ਤੁਹਾਨੂੰ ਜੇ ਪ੍ਰੋਟੀਨ ਖਾਣੇ, ਤੁਹਾਨੂੰ ਜੇ ਕਿਡਨੀਆਂ ਦੀ ਪ੍ਰੋਬਲਮ ਆਉਣ ਦਾ ਖਦਸ਼ਾ ਹੈਗਾ, ਨੋ ਡਾਊਟ ਆ ਵੀ ਜਾਂਦਾ, ਤੁਹਾਨੂੰ ਪਹਿਲਾਂ ਤਾਂ ਪ੍ਰੋਟੀਨ ਜਿਹੜਾ ਆ ਉਹਦੀ ਬੋਡੀ ਨੂੰ ਕਿੰਨੀ ਜ਼ਰੂਰਤ ਆ ਉਹ ਅਹਿਮੀਅਤ ਦੇਣੀ ਪੈਣੀ। ਕਿੰਨੇ ਪਰਸੈਂਟ ਤੁਸੀਂ ਜਿਹੜੀ ਪ੍ਰੋਟੀਨ ਆ ਬੋਡੀ ਨੂੰ ਦੇਣੀ ਹੈ, ਜੇ ਤੁਸੀਂ ਵਰਕਆਊਟ ਕਰਦੇ ਤਾਂ, ਜੇ ਵਰਕਆਊਟ ਨਹੀਂ ਕਰਦੇ ਤਾਂ। ਉਸ ਤੋਂ ਬਾਅਦ ਉਹਦੇ ਨਾਲ ਕਿੰਨੀ ਐਕਸਰਸਾਈਜ਼ ਲਾਉਨੇ ਆ, ਉਸ ਤੋਂ ਬਾਅਦ ਉਹਨੂੰ ਬੋਡੀ ਚੋਂ ਬਾਹਰ ਕੱਢਣ ਲਈ ਕਿੰਨੀ ਮਾਤਰਾ 'ਚ ਪਾਣੀ ਪੀਣਾ। ਸਾਡੇ ਜਿਹੜੇ ਲੋਕ ਆ, ਜਿਹੜੇ ਮੁੰਡੇ ਕੁੜੀਆਂ, ਜਦੋਂ ਕਿਸੇ ਨੂੰ ਉਹ ਪ੍ਰੋਟੀਨ ਲੈਂਦਿਆਂ ਦੇਖਦੇ ਆ ਤਾਂ ਉਹਨਾਂ ਨੂੰ ਅਕਸਰ ਉਹ ਦੇਖ ਕੇ ਕਹਿੰਦੇ ਅੱਛਾ ਇਹ ਦਿਨ ਦੇ ਵਿੱਚ 4 ਸਕੂਪ ਲੈਂਦਾ ਜਾਂ 3 ਸਕੂਪ ਲੈਂਦਾ ਜਾਂ ਲੈਂਦੀ ਆ, ਤੇ ਉਹ ਉਹਦੀ ਰਿਸੇ ਉਹਨੇ ਸਕੂਪ ਪੀਣ ਦੀ ਕੋਸ਼ਿਸ਼ ਕਰਦੇ ਆ। ਪਰ ਇੱਕ ਹਿਊਮਨ ਬੋਡੀ ਚਾਹੇ ਐਕਸਰਸਾਈਜ਼ ਕਰਦਾ ਚਾਹੇ ਐਕਸਰਸਾਈਜ਼ ਨਹੀਂ ਕਰਦਾ, ਐਵਰੇਜ ਅਗਰ ਆਪਾਂ ਉਹਨੂੰ ਪਾਊਡਰ ਫਾਰਮ ਦੇ ਵਿੱਚ ਗੱਲ ਕਰੀਏ ਤਾਂ ਕਿੰਨਾ ਪ੍ਰੋਟੀਨ ਜਿਹੜਾ ਉਹਨੂੰ ਚਾਹੀਦਾ? ਦੇਖੋ ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ, ਮੇਲ ਫੀਮੇਲ ਦੋਨਾਂ ਨੂੰ ਹੀ ਇੱਕੋ ਤਰ੍ਹਾਂ ਦਾ ਪ੍ਰੋਟੀਨ ਚਾਹੀਦਾ, ਇੱਕੋ ਤਰ੍ਹਾਂ ਦਾ ਪ੍ਰੋਟੀਨ ਚਾਹੀਦਾ, ਬਟ ਉਹਦੀ ਮਾਤਰਾ ਅਲੱਗ-ਅਲੱਗ ਚਾਹੀਦੀ। ਪ੍ਰੋਟੀਨ ਦਾ ਸੋਰਸ ਦੋਨੇ ਇੱਕੋ ਲੈ ਸਕਦੇ ਆ, ਚਾਹੇ ਉਹ ਸਪਲੀਮੈਂਟ ਤੋਂ ਲੈਣ, ਚਾਹੇ ਵੈਜ ਤੋਂ ਲੈਣ, ਚਾਹੇ ਨੌਨ ਵੈਜ ਤੋਂ ਲੈਣ। ਜਿਹੜੀ ਫੀਮੇਲ ਲੜਕੀ ਜਿਹੜੀ ਆ, ਜੇ ਉਹ ਜਿਮ ਨਹੀਂ ਜਾਂਦੀ, ਸਾਇੰਸ ਦੇ ਅਕੋਰਡਿੰਗ ਜੋ ਮੈਂ ਅੱਜ ਤੱਕ ਸੁਣਿਆ, ਸਮਝਿਆ, ਪੜ੍ਹਿਆ ਆ, 20 ਤੋਂ 30 ਗ੍ਰਾਮ ਵਿਦਆਊਟ ਕਿਸੇ ਵੀ ਫਿਜ਼ੀਕਲ ਵਰਕਆਊਟ ਦੇ, ਜਿਮ ਦੇ, ਗਰਾਊਂਡ ਦੇ 20 ਤੋਂ 30 ਗ੍ਰਾਮ ਕੁੜੀਆਂ ਪ੍ਰੋਟੀਨ ਲੈਣਗੀਆਂ ਇੱਕ ਦਿਨ 'ਚ ਜੀ। ਤੇ ਜੇ ਮੁੰਡਿਆਂ ਦੀ ਗੱਲ ਕਰੀਏ 30 ਤੋਂ 40 ਗ੍ਰਾਮ ਉਹ ਪ੍ਰੋਟੀਨ ਲੈਣਗੇ ਇੱਕ ਦਿਨ ਵਿੱਚ, ਬਿਨਾਂ ਐਕਸਰਸਾਈਜ਼, ਬਿਨਾਂ ਵਰਕਆਊਟ ਤੋਂ। ਇੱਥੇ ਇੱਕ ਸਵਾਲ ਹੋਰ ਨਿਕਲਦਾ ਆ, ਹੁਣ ਜਦੋਂ ਕੁਐਰੀ ਦਿੰਦੇ ਆ, ਆਪਣੀ ਗੱਲ ਕਰਦੇ ਆ, ਹੁਣ ਉਹਨਾਂ ਨੂੰ ਪਤਾ ਕਿ ਸਿਹਤ ਨੂੰ ਲੈ ਕੇ ਪੋਡਕਾਸਟ ਆ ਤੇ ਅਕਸਰ ਮੈਸੇਜ ਆਉਂਦੇ ਆ, ਉਹ ਕਹਿੰਦੇ ਆ ਕਿ ਲੜਕੇ ਦੇ ਖਾਣਾ ਦਾ ਪ੍ਰੋਟੀਨ ਹੋਰ ਆ ਤੇ ਲੜਕੀ ਦੇ ਖਾਣਾ ਪ੍ਰੋਟੀਨ ਕੋਈ ਅਲੱਗ ਮਿਲੇਗਾ। ਨਹੀਂ, ਇਦਾਂ ਤਾਂ ਕਦੀ ਨਹੀਂ ਹੁੰਦਾ। ਹੁਣ ਅਸੀਂ ਇੱਕ ਗੱਲ ਕਰਦੇ ਹਾਂ ਉਦਾਹਰਨ ਦੇ ਤੌਰ ਤੇ ਕਿ ਕਦੀ ਸਾਡੇ ਘਰ ਪਰਿਵਾਰ 'ਚ ਜਾਂ ਸੁਣਨ ਵਾਲਿਆਂ ਦੇ ਘਰ ਪਰਿਵਾਰ 'ਚ ਕਦੀ ਇਦਾਂ ਦਾ ਖਾਣਾ ਬਣਿਆ ਵੀ ਜਿਹੜਾ ਅਸੀਂ ਅੱਜ ਆ ਸਬਜ਼ੀ ਕੁੜੀਆਂ ਦੀ ਆ, ਅੱਜ ਆ ਜੈਂਟਸ ਦੀ ਆ, ਜਾਂ ਇਹ ਤੁਹਾਡੀ ਅਲੱਗ, ਜਾਂ ਹੋਟਲ ਦਾ ਮੈਨਿਊ, ਜਾਂ ਕਿਸੇ ਵਿਆਹ ਦਾ ਮੈਨਿਊ, ਜਾਂ ਕੋਈ ਵੀ ਇਦਾਂ ਦਾ ਮੈਨਿਊ ਦੇਖਿਆ ਅਸੀਂ ਵੀ ਜਿਹੜਾ ਕੁੜੀਆਂ ਦਾ ਖਾਣਾ ਅਲੱਗ ਹੋਵੇ, ਮੁੰਡਿਆਂ ਦਾ ਖਾਣਾ ਅਲੱਗ ਹੋਵੇ? ਨਹੀਂ। ਜਦੋਂ ਅਸੀਂ ਰੂਟੀਨ ਦੀਆਂ ਸਾਰੀਆਂ ਚੀਜ਼ਾਂ ਇੱਕੋ ਖਾ ਰਹੇ ਹਾਂ, ਜਦੋਂ ਅਸੀਂ ਫੂਡ ਸਾਰਾ ਇੱਕੋ ਖਾ ਰਹੇ, ਪਾਣੀ ਸਾਰਾ ਇੱਕੋ ਪੀ ਰਹੇ, ਕਦੀ ਵੀ ਕੋਈ ਵੀ ਸੋਰਸਿਸ ਅਲੱਗ ਨਹੀਂ ਹੋਏ। ਉਹ ਸਿਰਫ ਕੀ ਬਣਾ ਦਿੱਤਾ ਗਿਆ, ਸਭ ਤੋਂ ਪਹਿਲਾਂ ਅਸੀਂ ਇਹ ਸਮਝਣਾ ਕਿ ਜਿਹੜੇ ਮੇਲ ਆ ਤੇ ਜਿਹੜੀਆਂ ਫੀਮੇਲ ਆ, ਦੋਨਾਂ ਦੀ ਬੋਡੀ 'ਚ ਥੋੜਾ ਜਿਹਾ ਫਰਕ ਆ। ਉਦਾਹਰਨ ਦੇ ਤੌਰ ਤੇ ਕਿਸੇ ਇੱਕ ਕੰਪਨੀ ਦੀ ਕਾਰ ਹੈਗੀ ਆ, ਮੇਰੀ ਉਦਾਹਰਨ ਧਿਆਨ ਨਾਲ ਸਮਝਿਓ, ਕਿਸੇ ਇੱਕ ਕੰਪਨੀ ਦੀ ਕਾਰ ਹੈਗੀ 2000 ਸੀਸੀ, ਉਸੇ ਕੰਪਨੀ ਦੀ ਕਾਰ ਹੈਗੀ 1000 ਜਾਂ 1500 ਸੀਸੀ। ਹੁਣ ਤੁਸੀਂ ਆਪ ਆਈਡੀਆ ਲਾਓ, ਜਿਹੜਾ ਹੁਣ ਇੱਕ ਛੋਟਾ ਇੰਜਣ ਆ ਉਹ ਫਿਊਲ ਘੱਟ ਖਾਊਗਾ ਤੇ ਐਵਰੇਜ ਜ਼ਰੂਰ ਜ਼ਿਆਦਾ ਦੇਊਗਾ, ਬਟ ਜਿਹੜਾ ਹੁਣ ਵੱਡਾ ਇੰਜਣ ਆ ਉਹ ਜਦੋਂ ਖਿਚਾਈ ਜ਼ਿਆਦਾ ਕਰੂਗਾ, ਜ਼ੋਰ ਜ਼ਿਆਦਾ ਮਾਰੂਗਾ ਤੇ ਉਹ ਤੇਲ ਵੀ ਜ਼ਿਆਦਾ ਹੀ ਖਾਊਗਾ। ਹੁਣ ਇੱਥੇ ਜਿਹੜੀ ਮੁੰਡਿਆਂ ਦੀ ਬੋਡੀ ਆ, ਉਹਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਆ, ਜਿਨ੍ਹਾਂ ਤੋਂ ਬੋਡੀ ਸਾਰਾ ਦਿਨ ਕੰਮ ਕਰਦੀ ਆ,
ਉਹ ਘੱਟੋ ਘੱਟ 5 ਤੋਂ 6 ਮਿਲੀਅਨ ਹੁੰਦੇ ਆ ਮੁੰਡਿਆਂ ਦੀ ਜਿਹੜੀ ਬੋਡੀ ਦੇ ਵਿੱਚ ਸੈੱਲ ਆ। ਇਦਾਂ ਹੀ ਲੜਕੀਆਂ ਦੀ ਬੋਡੀ ਦੇ ਵਿੱਚ ਜਿਹੜੇ ਰੈੱਡ ਬਲੱਡ ਸੈੱਲ ਆ ਉਹ ਕੋਈ 4 ਤੋਂ 5 ਮਿਲੀਅਨ ਹੁੰਦੇ। ਨੰਬਰ 1 ਇਹ ਪ੍ਰੋਟੀਨ ਦੀ ਜਿਹੜੀ ਅਸੀਂ ਕੁੜੀਆਂ ਮੁੰਡਿਆਂ ਦੀ ਗੱਲ ਕਰ ਰਹੇ। ਨੰਬਰ 2 ਮੁੰਡਿਆਂ ਦੀ ਬੋਡੀ ਜਿਹੜੀ ਆ ਟੈਸਟੋਸਟੀਰੋਨ ਬੇਸਡ ਹੁੰਦੀ ਹੈ। ਟੈਸਟੋਸਟੀਰੋਨ ਇੱਕ ਮੁੰਡਿਆਂ ਦਾ ਹਾਰਮੋਨ ਆ ਜਿਹਦੇ ਤੇ ਸਾਰੀ ਬੋਡੀ ਉਹਨਾਂ ਦੀ ਡਿਪੈਂਡ ਆ, ਤੇ ਲੜਕੀਆਂ ਦੀ ਬੋਡੀ ਜਿਹੜੀ ਆ ਐਸਟ੍ਰੋਜਨ ਤੇ ਡਿਪੈਂਡ ਹੁੰਦੀ ਆ। ਹੁਣ ਜਿਹੜਾ ਐਸਟ੍ਰੋਜਨ ਆ ਉਹ ਟੈਸਟੋਸਟੀਰੋਨ ਤੋਂ ਥੋੜਾ ਜਿਹਾ ਨੀਚੇ ਆ, ਥੋੜਾ ਜਿਹਾ ਵੀਕ ਆ, ਨੋ ਡਾਊਟ એનર્ਜੈਟਿਕ ਆ ਬੋਡੀ 'ਚ, ਉਹ ਹਾਰਮੋਨ ਲੜਕੀਆਂ ਦੇ ਹੋਣਾ ਜ਼ਰੂਰੀ ਆ, ਬਟ ਉਹ ਇਸ ਸਟੇਜ ਤੇ ਬੈਠਾ ਆ। ਜਿਹੜਾ ਮੁੰਡਿਆਂ ਦਾ ਟੈਸਟੋਸਟੀਰੋਨ ਉਹ ਥੋੜਾ ਉੱਪਰ ਬੈਠਾ ਹੈ। ਦੋਨੇ ਇੱਕ ਦੂਜੇ ਦੀ ਬੋਡੀ ਲਈ ਲਾਹੇਵੰਦ ਆ, ਬੈਨੀਫੀਸ਼ੀਅਲ ਆ, ਬਟ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ। ਜਿੱਦਾਂ ਕਿ 2000 ਸੀਸੀ ਵਾਲੀ ਕਾਰ ਤੇ 1500 ਸੀਸੀ ਵਾਲੀ ਕਾਰ। ਇਸ ਕਰਕੇ ਜਦੋਂ ਪ੍ਰੋਬਲਮ ਪੈਦਾ ਹੁੰਦੀ ਕਿੱਥੇ ਪੈਦਾ ਹੁੰਦੀ, ਜਦੋਂ ਕੁੜੀਆਂ ਜਿੰਨਾ ਪ੍ਰੋਟੀਨ ਮੁੰਡਿਆਂ ਨੇ ਖਾਦਾ ਉਸੇ ਮਾਤਰਾ 'ਚ ਕੁੜੀਆਂ ਖਾ ਲੈਣ, ਫਿਰ ਉਹਨਾਂ ਨੂੰ ਦਿੱਕਤ ਆਉਂਦੀਆਂ ਹੈ। ਜਦ ਕਿ ਜੇ 2000 ਵਾਲੀ ਸੀਸੀ ਵਾਲੀ ਗੱਡੀ ਉਹ ਜਿੰਨਾ ਉਹਨੂੰ ਤੇਲ ਚਾਹੀਦਾ ਉਹਨਾਂ ਦਿੱਤਾ ਜਾਊਗਾ, ਤੇ ਜੇ 1500 ਵਾਲੀ ਨੂੰ ਜਿੰਨਾ ਕਦੀ ਵੀ ਗੱਡੀ ਦੇ ਇੰਜਨ 'ਚ ਪ੍ਰੋਬਲਮ ਨਹੀਂ ਆਉਂਦੀ। ਇਦਾਂ ਹੀ ਸਾਡਾ ਸਰੀਰ ਆ, ਅਸੀਂ ਉਹੀ ਪ੍ਰੋਟੀਨ ਖਾ ਸਕਦੇ ਹਾਂ ਜਿਹੜਾ ਸਾਨੂੰ ਮੁੰਡਿਆਂ ਨੂੰ ਵਰਤੋਂ 'ਚ ਆਉਂਦਾ, ਜਿਹੜਾ ਕੁੜੀਆਂ ਨੂੰ ਵਰਤੋਂ 'ਚ ਆਉਂਦਾ। ਬਟ ਅਸੀਂ ਕੀ ਕਰਨਾ, ਅਸੀਂ ਉਹਦੀ ਪ੍ਰੋਡਕਟ ਦੀ ਜਿਹੜੀ ਕੁਆਂਟੀਟੀ ਆ, ਚਾਹੇ ਉਹ ਵੈਜ ਆ, ਨੌਨ ਵੈਜ ਆ, ਚਾਹੇ ਸਪਲੀਮੈਂਟ ਆ, ਉਹ ਘੱਟ ਖਾਣੀ ਕੁੜੀਆਂ ਨੇ ਮੁੰਡਿਆਂ ਦੇ ਕੰਪੈਰੀਟਿਵ। ਅੱਛਾ, ਇੱਕ ਚੀਜ਼ ਹੋਰ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਫਿਰ ਪ੍ਰੋਟੀਨ ਦੀ, ਇੱਕ ਚੀਜ਼ ਹੋਰ ਆਉਂਦੀ ਹੈ, ਲੋਕੀ ਕਹਿੰਦੇ ਕਿ ਜੇਕਰ ਮੈਂ ਪ੍ਰੋਟੀਨ ਜ਼ਿਆਦਾ ਲੈਂਦਾ ਆ ਤੇ ਉਹਦੇ ਨਾਲ ਮੈਨੂੰ ਗੈਸ ਵਰਗੀਆਂ ਪ੍ਰੋਬਲਮਸ ਆਉਂਦੀਆਂ, ਮੇਰੇ ਪੇਟ 'ਚ ਦਰਦ ਬਹੁਤ ਰਹਿੰਦੀ ਹੈ, ਮੈਨੂੰ ਖਾਣਾ ਡਾਈਜੈਸਟ ਨਹੀਂ ਹੁੰਦਾ। ਦੇਖੋ, ਪ੍ਰੋਟੀਨ ਖਾਣ ਨਾਲ ਜਦੋਂ ਅਸੀਂ ਲੋੜ ਤੋਂ ਵੱਧ ਕੋਈ ਪ੍ਰੋਡਕਟ ਲੈ ਰਹੇ ਹਾਂ, ਨੋ ਡਾਊਟ ਉਹਦੇ ਨਾਲ ਕੋਈ ਦੋ ਰਾਏ ਨਹੀਂ, ਗੈਸ ਬਣਨੀ ਆ। ਜਦੋਂ ਅਸੀਂ ਗੱਲ ਕੀਤੀ ਸਭ ਤੋਂ ਪਹਿਲਾਂ ਜਿਹੜਾ ਬੋਡੀ weight ਆ ਉਹਦੇ ਤੋਂ ਵੀ ਹਟ ਕੇ ਜਿਹੜਾ ਬੰਦਾ ਜਿਮ ਨਹੀਂ ਜਾਂਦਾ ਉਹ 30 ਤੋਂ 40 ਗ੍ਰਾਮ ਪ੍ਰੋਟੀਨ ਲਊਗਾ, ਕੁੜੀਆਂ 20 ਤੋਂ 30 ਗ੍ਰਾਮ ਪ੍ਰੋਟੀਨ ਲੈਣੀ ਆ। ਹੁਣ ਇੱਕ ਬੰਦਾ ਆ ਗਿਆ ਜਿਹਨੇ ਬੋਡੀ ਦੇ ਮਸਲ ਡਿਵੈਲਪ ਕਰਨੇ ਆ, ਓਵਰ ਜਾਣਾ, ਵੱਡਾ ਸਾਈਜ਼, ਵੱਡੀ ਬੋਡੀ, ਵੱਡੇ ਮਸਲ, ਉਹ ਤਕਰੀਬਨ ਬੋਡੀ weight ਤੋਂ ਡਬਲ ਪ੍ਰੋਟੀਨ ਲਊਗਾ। ਜਦੋਂ ਕੋਈ ਵੀ ਸਰੀਰ ਬੋਡੀ weight ਤੋਂ ਮਤਲਬ 1 ਕਿਲੋ ਵਾਲਾ ਬੰਦਾ 2 ਗ੍ਰਾਮ ਪ੍ਰੋਟੀਨ ਲਊਗਾ, 100 ਕਿਲੋ ਵਾਲਾ ਬੰਦਾ 200 ਗ੍ਰਾਮ ਪ੍ਰੋਟੀਨ ਲਊਗਾ, ਫਿਰ ਉਹਦੀ ਬੋਡੀ ਦੇ ਥੋੜੇ ਬਹੁਤੇ ਮਸਲ ਜਿਹੜੇ ਆ ਉਹ ਡਿਵੈਲਪ ਹੋਣੇ ਸ਼ੁਰੂ ਹੋਣਗੇ। ਪਰ ਜਦੋਂ ਤੁਸੀਂ 2 ਕਿਲੋ ਦੀ ਬਜਾਏ 3 ਤੇ ਜਾਂਦੇ ਆ, ਮਤਲਬ 1 ਕਿਲੋ ਪਿੱਛੇ 2 ਗ੍ਰਾਮ ਤੋਂ ਜੋ ਤੁਸੀਂ 3 ਗ੍ਰਾਮ ਤੇ ਗਏ, ਤੁਹਾਡੀ ਬੋਡੀ ਨੇ ਗੈਸਟ੍ਰਿਕ ਸਿੰਪਟਮ ਦੇਣੇ ਆ। ਮਤਲਬ ਇੱਕ ਲਿਮਿਟ ਤੋਂ ਜਦੋਂ ਆਪਾਂ ਬਾਹਰ ਨਿਕਲੇ, ਬਿਲਕੁਲ, ਜਦੋਂ ਹੁਣ 2 ਕਿਲੋ ਵਾਲਾ ਲਿਫਾਫਾ ਉਹ ਚ 3 ਕਿਲੋ ਪਾਉਂਗੇ, ਉਹਨੂੰ ਦਿੱਕਤ ਕਰਨੀ ਆ, ਲਿਫਾਫਾ ਫਟ ਵੀ ਸਕਦਾ, ਲਿਫਾਫਾ ਢਿੱਲਾ ਵੀ ਹੋ ਸਕਦਾ। ਇਹਦੇ ਸਾਡੀ ਬੋਡੀ ਆ ਉਹ ਜਿਹੜੀ ਗੈਸਟ੍ਰਿਕ ਸਿੰਪਟਮ ਆ ਉਹ ਦਿੰਦੀ ਆ, ਤੁਹਾਨੂੰ ਬਾਰ-ਬਾਰ ਗੈਸ ਪਾਸ ਹੁੰਦੀ ਆ ਪਹਿਲਾਂ। ਤੇ ਜਿਹੜੀ ਪ੍ਰੋਟੀਨ ਦੇ ਸੋਰਸਿਸ ਆ ਉਹਨਾਂ ਦੀ ਜਿਹੜੀ ਡਿਵਾਈਡੇਸ਼ਨ ਆ, ਮਤਲਬ ਉਹਨੂੰ ਥੋੜਾ ਕਰਕੇ ਦਿਨ ਚ ਬਾਰ-ਬਾਰ ਖਾਓ। ਫਿਰ ਵੀ ਤੁਹਾਨੂੰ ਜੇ ਡਾਈਜੈਸਟ ਨਹੀਂ ਹੋ ਰਿਹਾ, ਗੈਸਟ੍ਰਿਕ ਸਿੰਪਟਮ ਆਉਂਦੇ ਆ, ਤਾਂ ਤੁਸੀਂ ਪ੍ਰੋਟੀਨ ਦੇ ਨਾਲ ਜਿੱਦਾਂ ਕਿ ਆਪਣੀ ਡਾਈਟ 'ਚ ਸੌਂਫ ਜਾਂ ਅਜਵਾਇਣ ਦੀ ਵਰਤੋਂ ਜ਼ਿਆਦਾ ਕਰ ਸਕਦੇ ਹਾਂ, ਜਾਂ ਉਹਦੇ ਵਿੱਚ ਇੱਕ ਸਪਲੀਮੈਂਟ ਆਉਂਦਾ ਹੈ ਜਿਹਨੂੰ ਅਸੀਂ ਐਂਜ਼ਾਈਮ ਦਾ ਨਾਮ ਦਿੰਦੇ ਆ, ਉਹ ਲੈ ਸਕਦੇ। ਮਤਲਬ ਜੇ ਉਹਨੂੰ ਹੋਰ ਖੁੱਲੇ ਸ਼ਬਦਾਂ 'ਚ ਕਹਾਂ ਤਾਂ ਜਦੋਂ ਤੁਸੀਂ ਪ੍ਰੋਟੀਨ ਖਾਂਦੇ ਆ, ਲੋੜ ਤੋਂ ਜ਼ਿਆਦਾ ਤੁਹਾਡੀ ਬੋਡੀ ਐਂਜ਼ਾਈਮ ਨਹੀਂ ਬਣਾਉਂਦੀ। ਐਂਜ਼ਾਈਮ ਕੀ ਆ? ਜਿਹੜਾ ਸਾਡੇ ਪ੍ਰੋਟੀਨ ਨੂੰ ਪਚਾਉਣ ਵਾਲਾ ਇੱਕ ਸੋਰਸ ਆ, ਇੱਕ ਤੱਤ ਆ। ਵੱਧ ਤੋਂ ਵੱਧ ਜਿੰਨਾ ਐਂਜ਼ਾਈਮ ਜ਼ਿਆਦਾ ਹੋ ਉਨੀ ਗੈਸ ਘੱਟ ਬਣੂਗੀ। ਬਟ ਇਹਦਾ ਇੱਕੋ ਹੀ ਹੱਲ ਆ ਜਿਹੜਾ ਮੈਂ ਅੱਜ ਤੱਕ ਮਹਿਸੂਸ ਕੀਤਾ, ਅਜਵਾਇਣ ਜਾਂ ਸੌਂਫ 2 ਤੋਂ 3 ਗ੍ਰਾਮ ਤੁਸੀਂ ਪੂਰੇ ਦਿਨ 'ਚ ਜ਼ਰੂਰ ਲਓ। ਪ੍ਰੋਟੀਨ ਦੀ ਜਦੋਂ ਗੱਲ ਤੁਰਦੀ ਹੈ ਤਾਂ ਸੋਇਆ ਤੋਂ ਬਣੇ ਹੋਏ ਪ੍ਰੋਡਕਟ ਜਿਹੜੇ ਨੇ ਉਹਨਾਂ ਦੀ ਬੜੀ ਗੱਲ ਚੱਲਦੀ ਹੈ, ਤੇ ਉਹ ਕਿਹਦੇ ਲਈ ਲਾਹੇਵੰਦ ਹੈ, ਮੁੰਡਿਆਂ ਲਈ, ਕੁੜੀਆਂ ਲਈ, ਜਾਂ ਕਿਹਨੂੰ ਜ਼ਿਆਦਾ ਖਾਣਾ ਚਾਹੀਦਾ? ਜੇ ਐਜ਼ ਮੈਂ ਵੈਜੀਟੇਰੀਅਨ ਖੁਦ ਗੱਲ ਕਰਾਂ, ਮੈਂ ਸੋਇਆ ਦੇ ਪ੍ਰੋਡਕਟ ਕਾਫੀ ਯੂਜ਼ ਕਰਦਾ ਹਾਂ। ਉਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਇਆਬੀਨ ਦੇ ਜਿਹੜੇ ਪ੍ਰੋਡਕਟ ਆ ਉਹ ਮੁੰਡਿਆਂ ਨੂੰ ਜ਼ਿਆਦਾ ਮਾਤਰਾ 'ਚ ਨਹੀਂ ਵਰਤਣੇ ਚਾਹੀਦੇ, ਬਟ ਵਰਤਣੇ ਚਾਹੀਦੇ ਲਿਮਿਟਿਡ ਮਾਤਰਾ 'ਚ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜਿਹੜਾ ਸੋਇਆਬੀਨ ਆ, ਸੋਇਆਬੀਨ ਦੀ ਦਾਲ ਆ ਉਹ ਕਿੱਥੋਂ ਪੈਦਾ ਹੁੰਦੀ ਆ? ਕੁਦਰਤੀ ਸੋਰਸਿਸ ਤੋਂ। ਉਹਦਾ ਬੂਟਾ ਹੀ ਲੱਗਦਾ ਕਿਸੇ ਤਰੀਕੇ ਦਾ, ਫੇਰ ਹੀ ਉਹ ਚੋਂ ਦਾਲ ਨਿਕਲਦੀ। ਹੁਣ ਕੁਦਰਤ, ਮੈਂ ਪਹਿਲਾਂ ਵੀ ਗੱਲ ਕਰਦਾ ਹਾਂ, ਕੁਦਰਤ ਕੋਈ ਪ੍ਰੋਡਕਟ ਗਲਤ ਨਹੀਂ ਬਣਾਉਂਦੀ, ਅਸੀਂ ਉਹਦੀ ਓਵਰ ਵਰਤੋਂ ਕਰਦੇ ਆ, ਅਸੀਂ ਉਹਨੂੰ ਜ਼ਿਆਦਾ ਖਾਂਦੇ ਆ। ਜਦੋਂ ਅਸੀਂ ਜ਼ਿਆਦਾ ਖਾਂਦੇ ਫਿਰ ਉਹਦੇ ਸਾਈਡ ਇਫੈਕਟ ਵੀ ਸਾਹਮਣੇ ਆਉਣਗੇ। ਜਿਹੜੀ ਸੋਇਆਬੀਨ ਤੋਂ ਬਣਿਆ ਹੋਇਆ ਕੋਈ ਵੀ ਪ੍ਰੋਡਕਟ ਆ ਉਹ ਦਿਨ ਦੇ ਵਿੱਚ ਅਸੀਂ 1 ਜਾਂ 2 ਵਾਰੀ ਲੈ ਸਕਦੇ। ਇਹਦੀ ਜਿਹੜੀ ਪ੍ਰੋਪਰ ਮਾਤਰਾ ਹੈ, ਹਰੇਕ ਦੇ weight, ਹਰੇਕ ਦੇ ਹਾਈਟ ਦੇ ਅਕੋਰਡਿੰਗ ਅਲੱਗ-ਅਲੱਗ ਜਿਹੜੀ ਆ ਉਹ ਮੈਨੇਜ ਹੁੰਦੀ। ਦੂਸਰੇ ਨੰਬਰ ਤੇ ਜਿਹੜਾ ਸਵਾਲ ਆਉਂਦਾ ਹੈ ਕਿ ਸੋਇਆਬੀਨ ਖਾਣ ਨਾਲ ਮੁੰਡਿਆਂ ਨੂੰ ਜਿਹੜਾ ਹੈਗਾ ਉਹਨਾਂ ਦੀ ਚੈਸਟ ਵਿੱਚ ਜਿੱਦਾਂ ਕਿ ਇੱਕ ਅਜੀਬ ਜਿਹੇ ਤਰ੍ਹਾਂ ਦਾ ਉਭਾਰ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹਨਾਂ ਚੈਸਟ ਫੈਟ ਵੱਧ ਗਈ। ਉਹਨਾਂ ਨੂੰ ਜਿਹੜਾ ਇੱਕ ਨਾਮ ਦਿੱਤਾ ਜਾਂਦਾ ਹੈ ਚੈਸਟ ਨੂੰ, ਮੈਨ ਬੂਸਟ ਟਾਈਪ, ਚੈਸਟ ਉਹਨਾਂ ਦੀ ਲਾਈਕ ਜਿੱਦਾਂ ਲੜਕੀਆਂ ਦੀ ਹੁੰਦੀ ਇਸ ਤਰ੍ਹਾਂ ਦੀ ਹੋ ਜਾਂਦੀ। ਉਹਦਾ ਰੀਜ਼ਨ ਸੋਇਆਬੀਨ ਉਨਾ ਨਹੀਂ ਹੈਗਾ ਜਿੰਨਾ ਤੁਹਾਡੀ ਬੋਡੀ 'ਚ ਜਾਣ ਵਾਲਾ ਫਾਸਟ ਫੂਡ ਆ। ਜਿਹੜੇ ਬੰਦੇ ਖਾ ਕੇ ਸੋਇਆਬੀਨ ਨੂੰ ਐਕਸਰਸਾਈਜ਼ ਲਾਉਂਦੇ ਆ ਉਹਨਾਂ ਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਇਦਾਂ ਦੀ। ਪਲੱਸ ਜਿਹੜੀ ਪਹਿਲੀ ਗੱਲ ਕੀਤੀ ਕਿ ਸੋਇਆਬੀਨ ਨਾਲ ਜੇ ਸਾਡੀ ਬੋਡੀ 'ਚ
ਕਈ ਵਾਰੀ ਐਸਟ੍ਰੋਜਨ ਵੀ ਵੱਧ ਜਾਂਦਾ, ਜਿਹੜਾ ਫੀਮੇਲ ਦਾ ਹਾਰਮੋਨ ਹੁੰਦਾ। ਪਰ ਉਹ ਕਦੋਂ ਵੱਧਦਾ, ਮੈਂ ਸਭ ਤੋਂ ਪਹਿਲਾਂ ਇਹੀ ਗੱਲ ਕੀਤੀ ਕਿ ਕੁਦਰਤੀ ਸੋਰਸਿਸ ਜਿਹੜੇ ਹੈਗੇ ਉਹ ਸਾਡੇ ਲਈ ਉਨੇ ਨੁਕਸਾਨਦਾਇਕ ਨਹੀਂ ਹੈਗੇ ਜਿੰਨੀ ਉਹਨਾਂ ਦੀ ਵਰਤੋਂ ਅਸੀਂ ਜ਼ਿਆਦਾ ਕਰ ਜਾਂਦੇ ਹਾਂ। ਅਸੀਂ ਜੇ ਗੱਲ ਕਰੀਏ ਸੋਇਆਬੀਨ ਨੂੰ ਮੈਨ ਬੂਬਸ ਦੇ ਨਾਲ ਜੋੜੀਏ, ਉਹ ਉਹਨਾਂ ਨੂੰ ਪ੍ਰੋਬਲਮ ਹੁੰਦੀ ਜਿਹੜੇ ਖਾ ਕੇ ਐਕਸਰਸਾਈਜ਼ ਨਹੀਂ ਲਾਉਂਦੇ। ਤਾਂ ਪੰਜਾਬੀ 'ਚ ਇੱਕੋ ਗੱਲ ਕਹੂੰਗਾ, ਜਦੋਂ ਤੁਸੀਂ ਕੋਈ ਵੀ ਸੋਰਸ ਜ਼ਿਆਦਾ ਖਾ ਕੇ ਬੈੱਡ ਤੋੜਨਾ ਆ, ਫਿਰ ਉਸ ਬੈੱਡ ਤੋੜਨ ਨੇ ਤੁਹਾਨੂੰ ਆਪਣਾ ਨਤੀਜਾ ਵੀ ਦੇਣਾ। ਕਿ ਜਦੋਂ ਤੁਸੀਂ ਸੋਇਆਬੀਨ ਖਾਣਾ ਹੈ ਜਾਂ ਕੋਈ ਵੀ ਪ੍ਰੋਡਕਟ ਖਾਂਦੇ ਹੋ, ਤੇ ਇਹ ਸਮਝੋ ਕਿ ਉਹ ਪ੍ਰੋਡਕਟ ਆਇਆ ਕਿੱਥੋਂ, ਬਣਾਇਆ ਕਿਹਨੇ। ਜੇ ਤਾਂ ਕਿਸੇ ਇਨਸਾਨ ਨੇ ਬਣਾਇਆ, ਫਿਰ ਉਹ 80-90% ਗਲਤ ਹੀ ਹੁੰਦਾ, ਕਿਉਂਕਿ ਇਨਸਾਨ ਹਰ ਪ੍ਰੋਡਕਟ ਆਪਣੇ ਫਾਇਦੇ ਲਈ ਪਹਿਲਾਂ, ਦੂਜਿਆਂ ਦੇ ਫਾਇਦੇ ਲਈ ਬਾਅਦ ਚ ਬਣਾਉਂਦਾ। ਪਰ ਉਹ ਦਾਲ ਜਿਹੜੀ ਆਈ ਹੁਣ ਸੋਇਆਬੀਨ ਤੋਂ ਬਣੀ ਨਿਊਟਰੀ, ਸੋਇਆਬੀਨ ਤੋਂ ਬਣਿਆ ਪਨੀਰ, ਸੋਇਆਬੀਨ ਤੋਂ ਬਣਿਆ ਦੁੱਧ, ਉਹ ਕਿਸੇ ਹੱਦ ਤੱਕ ਗਲਤ ਹੋ ਸਕਦਾ। ਪਰ ਜਿਹੜੀ ਸੋਇਆਬੀਨ ਦਾਲ ਆ ਜਾਂ ਸੋਇਆਬੀਨ ਦਾ ਜਿਹੜਾ ਪ੍ਰੋਟੀਨ ਸਪਲੀਮੈਂਟ ਆ, ਉਹ ਦਾਲਾਂ ਤੋਂ ਹੀ ਬਣਦਾ ਜ਼ਿਆਦਾਤਰ। ਅਸੀਂ ਸੋਇਆਬੀਨ ਦਾ ਪ੍ਰੋਟੀਨ ਲੈਣਾ ਆ ਅਕੋਰਡਿੰਗ ਇੱਕ ਛੋਟੀ ਜਿਹੀ ਇੱਕ ਬੇਸਿਕ ਇੱਕ ਉਹਦਾ ਆਈਡੀਆ ਦੱਸਾਂ, 50 ਤੋਂ 60 ਗ੍ਰਾਮ ਤੱਕ ਲੈ ਸਕਦੇ ਇੱਕ ਦਿਨ ਦੇ ਵਿੱਚ ਮੇਲ ਲੈ ਸਕਦੇ। ਉਹ ਵੀ ਉਹ ਲੈ ਸਕਦੇ ਜਿਹੜੇ ਐਕਸਰਸਾਈਜ਼ ਲਾਉਂਦੇ ਆ। ਪਰ ਜਿਹੜੀਆਂ ਦਿੱਕਤਾਂ ਅਸੀਂ ਗੱਲ ਕੀਤੀ, ਸੋਇਆਬੀਨ ਮੁੰਡਿਆਂ ਨੂੰ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਜਾਂ ਮੈਨ ਬੂਬਸ ਹੁੰਦੇ ਆ ਉਹਨਾਂ ਦੀ ਚੈਸਟ ਵਿੱਚ ਜਿਹੜਾ ਢਿੱਲਾਪਨ ਆ ਜਾਂਦਾ, ਮੁੰਡਿਆਂ ਦੀ ਚੈਸਟ ਟਾਈਟ ਨਹੀਂ ਰਹਿੰਦੀ, ਉਹਦਾ ਰੀਜ਼ਨ ਸਿਰਫ ਇਹ ਆ ਜਿਹੜੇ ਬੰਦੇ ਖਾ ਕੇ ਐਕਸਰਸਾਈਜ਼ ਨਹੀਂ ਕਰਦੇ ਜਾਂ ਉਹਨੂੰ ਸਵਾਦ ਚ ਜ਼ਿਆਦਾ ਖਾ ਜਾਂਦੇ। ਜਦੋਂ ਕਦੇ ਕਿਸੇ ਪਲੇਅਰ ਦੀ ਕੋਈ ਉਹਨਾਂ ਮੰਦਭਾਗੀ ਕੋਈ ਗੱਲ ਹੋ ਗਈ, ਜੋ ਡੈਥ ਹੋ ਗਈ ਖੁਦਾ ਨਾ ਖਾਸਤਾ ਕਿਸੇ ਵੀ ਕਾਰਨ ਕਰਕੇ, ਲੋਕ ਕਹਿੰਦੇ ਨੇ ਇਹ ਪ੍ਰੋਟੀਨ ਜ਼ਿਆਦਾ ਲੈਂਦਾ ਸੀਗਾ ਤਾਂ ਇਹਦੀ ਡੈਥ ਹੋ ਗਈ। ਮੈਂ ਉੱਥੇ ਫਿਰ ਉਸੇ ਗੱਲ ਦਾ ਜਵਾਬ ਦੇਣਾ ਚਾਹੂੰਗਾ ਕਿ ਜੇ ਪ੍ਰੋਟੀਨ ਜਿਹੜਾ ਨਹੀਂ ਲੈਂਦਾ ਉਹਦੀ ਡੈਥ ਕਿਉਂ ਹੁੰਦੀ? ਕੋਈ ਇਨਸਾਨ ਆਇਆ, ਉਹਨੇ ਜਾਣਾ ਧਰਤੀ ਤੋਂ, ਪ੍ਰੋਡਕਟ ਕੋਈ ਵੀ ਆਇਆ ਬਣਿਆ, ਉਹਨੇ ਖਤਮ ਹੋਣਾ ਹੈ, ਇਨਸਾਨ ਆ। ਜਦੋਂ ਤੁਸੀਂ ਮੈਂ ਪੈਦਾ ਹੋਏ, ਸਾਡੀ ਉਦੋਂ ਹੀ ਡੇਟ ਜਿਹੜੀ ਐਕਸਪਾਇਰੀ ਦੀ ਉਹ ਲਿਖ ਦਿੱਤੀ ਗਈ। ਸੱਚੀ ਗੱਲ ਆ ਇਹ। ਇਦਾਂ ਹੀ ਇੱਕ ਬਹਾਨਾ ਬਣਦਾ ਵੀ ਜਦੋਂ ਕਿਸੇ ਇਨਸਾਨ ਨੇ ਕੋਈ ਪ੍ਰੋਟੀਨ ਖਾਣੀ ਆ, ਉਹਦੀ ਇਸ ਸਮੇਂ ਇੰਨੇ ਵਜੇ ਡੈਥ ਹੋਣੀ ਆ, ਉਹ ਤੈਅ ਆ। ਪਰ ਅਸੀਂ ਜੇ ਹਮੇਸ਼ਾ ਇਹੀ ਮੰਨ ਲਈਏ ਵੀ ਮੇਰੀ ਬੋਡੀ 'ਚ ਜੇ ਪ੍ਰੋਟੀਨ ਨਹੀਂ ਗਿਆ ਤਾਂ ਕੀ ਅਸੀਂ ਨਹੀਂ ਮਰਨਾ, ਉਹਨੂੰ ਸਾਨੂੰ ਮੰਨਣਾ ਪੈਣਾ ਵੀ ਸਾਡਾ ਬਹਾਨਾ ਬਣਨਾ ਆ। ਪਰ ਪ੍ਰੋਟੀਨ ਨੂੰ ਜੇ ਅਸੀਂ ਦੋਸ਼ ਦਈਏ, ਉੱਥੇ ਮੈਂ ਇੱਕੋ ਗੱਲ ਦਾ ਜਵਾਬ ਮੰਗਦਾ ਕਿ ਜਿਹੜੇ ਬੰਦੇ ਵੈਸੇ ਮਰਦੇ ਆ ਜਾਂ ਵੈਸੇ ਉਹਨਾਂ ਦੀਆਂ ਕਿਡਨੀਆਂ ਖਰਾਬ ਹੁੰਦੀਆਂ ਆ, ਉਹ ਪ੍ਰੋਟੀਨ ਨਹੀਂ ਖਾਂਦੇ, ਉਹਦਾ ਜ਼ਿੰਮੇਵਾਰ ਫਿਰ ਕੌਣ ਆ? ਇਨਸਾਨ ਆ। ਪਹਿਲਾਂ ਇਨਸਾਨ ਨੂੰ ਇਹ ਮੰਨਣਾ ਪੈਣਾ, ਆਪਣੇ ਦਿਮਾਗ 'ਚ ਇਹ ਚੀਜ਼ ਰੱਖਣੀ ਪੈਣੀ ਕਿ ਮੈਂ ਇਨਸਾਨ ਆ, ਮੈਂ ਜਾਣਾ, ਮੇਰਾ ਬਹਾਨਾ ਕੋਈ ਵੀ ਹੋ ਸਕਦਾ। ਪਰ ਅਸੀਂ ਉਸ ਬਹਾਨੇ ਤੋਂ ਅਵੇਸਲੇ ਹੋ ਕੇ ਨਹੀਂ ਚੱਲਣਾ। ਅਸੀਂ ਪ੍ਰੋਟੀਨ ਜਿਹੜੀ ਲੈਣੀ ਸਭ ਤੋਂ ਪਹਿਲਾਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ, ਜਿੰਨਾ ਸਾਡਾ ਸਰੀਰ ਬੋਡੀ ਡਿਮਾਂਡ ਕਰਦੀ, ਦੂਜੇ ਨੰਬਰ ਤੇ ਜਿੰਨਾ ਸਾਡਾ ਵਰਕਆਊਟ ਆ, ਤੀਜੇ ਨੰਬਰ ਤੇ ਜੇ ਤੁਸੀਂ ਪ੍ਰੋਟੀਨ ਓਵਰ ਜਾ ਵੀ ਰਹੇ ਆ, ਉਹਨੂੰ ਪਚਾਉਣ ਲਈ, ਉਹਨੂੰ ਬਾਹਰ ਕੱਢਣ ਲਈ ਤੁਹਾਨੂੰ ਜਿਹੜਾ ਬੋਡੀ ਚੋਂ ਗੰਦਗੀ ਉਹਦੀ ਬਾਹਰ ਕੱਢਣ ਲਈ ਪਾਣੀ ਦੀ ਮਾਤਰਾ ਜ਼ਿਆਦਾ ਰੱਖਣੀ ਪੈਣੀ। ਬਾਕੀ ਜੇ ਤੁਸੀਂ ਸਾਰਾ ਕੁਝ ਕਰੋਗੇ ਤਾਂ ਵੀ ਤੁਹਾਡੀ ਜਿਹੜੀ ਮੌਤ ਆ ਉਹ ਨਿਸ਼ਚਿਤ ਆ, ਜੇ ਤੁਸੀਂ ਨਹੀਂ ਵੀ ਕਰੋਗੇ ਤਾਂ ਵੀ ਨਿਸ਼ਚਿਤ ਆ। ਕਿਡਨੀਜ਼ ਦੀ ਜਿੱਥੇ ਗੱਲ ਚੱਲਦੀ ਹੈ, ਡੈਥ ਦੀ ਗੱਲ ਚੱਲਦੀ ਹੈ, ਗੈਸ ਦੀ ਗੱਲ ਚੱਲਦੀ ਹੈ ਕਿ ਗੈਸ ਦੀਆਂ ਪ੍ਰੋਬਲਮਸ ਆਉਂਦੀਆਂ, ਇੱਕ ਹੋਰ ਕੁਐਸਚਨ ਨਿਕਲਦਾ ਬਾਹਰ ਕਿ ਯੂਰਿਕ ਐਸਿਡ ਜਿਹੜਾ ਆ, ਜਦੋਂ ਪ੍ਰੋਟੀਨ ਅਸੀਂ ਲੈਂਦੇ ਤਾਂ ਯੂਰਿਕ ਐਸਿਡ ਵੱਧਦਾ ਆ। ਜਦੋਂ ਅਸੀਂ ਯੂਰਿਕ ਐਸਿਡ ਦੀ ਗੱਲ ਕਰਦੇ ਆ, ਜਦੋਂ ਤੁਸੀਂ ਬੋਡੀ ਨੂੰ ਪ੍ਰੋਟੀਨ ਦੇਣਾ ਆ, ਪ੍ਰੋਟੀਨ ਦਾ ਵੇਸਟ ਪ੍ਰੋਡਕਟ ਭਾਵ ਕਿ ਯੂਰੀਆ ਬਣਦਾ ਆ, ਉਹ ਯੂਰੀਆ ਸਾਡੀ ਬੋਡੀ 'ਚ ਜਦੋਂ ਉਹਨੂੰ ਬਲੱਡ ਟੈਸਟ 'ਚ ਚੈੱਕ ਕੀਤਾ ਜਾਂਦਾ ਤਾਂ ਉਹਨੂੰ ਯੂਰਿਕ ਐਸਿਡ ਦਾ ਨਾਮ ਦੇ ਦਿੱਤਾ ਜਾਂਦਾ। ਕੋਈ ਵੀ ਤੁਸੀਂ ਫੂਡ ਦਾ ਸੋਰਸ ਖਾਂਦੇ ਆ, ਜਿੰਨਾ ਜ਼ਿਆਦਾ ਖਾਓਗੇ ਉਹਦਾ ਉਨਾ ਹੀ ਜ਼ਿਆਦਾ ਮਾਤਰਾ 'ਚ ਜਿਹੜਾ ਵੇਸਟ ਪ੍ਰੋਡਕਟ ਆ ਨਿਕਲੂਗਾ। ਵੇਸਟ ਪ੍ਰੋਡਕਟ ਪ੍ਰੋਟੀਨ ਦਾ ਹਮੇਸ਼ਾ ਯੂਰਿਕ ਐਸਿਡ ਹੁੰਦਾ ਆ। ਉਦਾਹਰਨ ਦੇ ਤੌਰ ਤੇ ਜਿੱਦਾਂ ਕੋਈ ਵੀ ਇੰਜਨ ਸਟਾਰਟ ਹੁੰਦਾ ਆ, ਤੇ ਜਦੋਂ ਇੰਜਨ ਸਟਾਰਟ ਹੁੰਦਾ ਆ, ਉਹ ਤੇਲ ਦੀ ਜਿਹੜੀ ਵਰਤੋਂ ਕਰਦਾ, ਤੇਲ ਦੀ ਜਦੋਂ ਵਰਤੋਂ ਹੁੰਦੀ, ਤੇ ਤੇਲ ਦੀ ਵਰਤੋਂ ਦੇ ਵਿੱਚ ਕੋਈ ਇੰਜਨ ਕਾਲੇ ਰੰਗ ਦਾ ਧੂੰਆਂ ਮਾਰਦਾ, ਕੋਈ ਚਿੱਟਾ, ਜਾਂ ਕਿਸੇ ਤਰੀਕੇ ਦਾ ਨਹੀਂ ਵੀ ਰੰਗ ਆਉਂਦਾ, ਤੇ ਹਵਾ ਤਾਂ ਜ਼ਰੂਰ ਆਉਂਦੀ ਆ ਨਾ, ਜਿਹੜਾ ਤੁਹਾਡੀ ਗੱਡੀ ਦਾ ਜਾਂ ਤੁਹਾਡੇ ਇੰਜਨ ਦਾ ਸਲੈਂਸਰ ਹੁੰਦਾ। ਜਿੱਦਾਂ ਇੱਕ ਇੰਜਨ ਨੇ ਤੇਲ ਦੀ ਵਰਤੋਂ ਕਰਕੇ ਧੂੰਆਂ ਜਿਹੜਾ ਉਹ ਬਾਹਰ ਕੱਢਣਾ, ਇਦਾਂ ਹੀ ਤੁਹਾਡੀ ਬੋਡੀ ਨੇ ਪ੍ਰੋਟੀਨ ਦੀ ਵਰਤੋਂ ਕਰਕੇ ਵੇਸਟ ਪ੍ਰੋਡਕਟ ਦੇ ਰੂਪ ਵਿੱਚ ਯੂਰੀਆ ਭਾਵ ਕਿ ਯੂਰਿਕ ਐਸਿਡ ਬਾਹਰ ਕੱਢਣਾ। ਯੂਰਿਕ ਐਸਿਡ ਇੱਕ ਬਿਮਾਰੀ ਨਹੀਂ ਹੈਗੀ, ਪਹਿਲਾਂ ਤਾਂ ਅਸੀਂ ਇਹ ਸਮਝ ਲਈਏ। ਜਿੰਨਾ ਤੁਸੀਂ ਫੂਡ ਖਾਓਗੇ ਉਹਦੇ ਨਾਲ ਵੇਸਟ ਪ੍ਰੋਡਕਟ ਬਣਨਾ ਹੈ। ਉਹਨੂੰ ਬਾਹਰ ਕੱਢਣ ਲਈ ਸਭ ਤੋਂ ਜ਼ਰੂਰੀ ਆ ਤੁਹਾਡਾ ਫਿਜ਼ੀਕਲ ਵਰਕਆਊਟ ਕਰਨਾ, ਗਰਾਊਂਡ ਦਾ ਹੋਵੇ, ਜਿਮ ਦਾ ਹੋਵੇ, ਚਾਹੇ ਕੋਈ ਰਨਿੰਗ ਹੋਵੇ, ਚਾਹੇ ਕੋਈ ਸਾਈਕਲਿੰਗ ਹੋਵੇ। ਦੂਸਰੇ ਨੰਬਰ ਤੇ ਤੁਸੀਂ ਜਿਹੜਾ ਹੈਗਾ ਆਪਣੀ ਬੋਡੀ ਨੂੰ ਪਾਣੀ ਦੀ ਮਾਤਰਾ ਜ਼ਿਆਦਾ ਦੇਣੀ ਆ। ਪਾਣੀ ਭਾਵ ਕਿ ਕਿੰਨਾ ਦੇਣਾ ਹੈ। ਜੇ ਤੁਸੀਂ ਨਾਰਮਲ ਪ੍ਰੋਟੀਨ ਲੈਂਦੇ ਆ, ਮੰਨ ਲਓ 20 ਤੋਂ 30 ਗ੍ਰਾਮ ਪ੍ਰੋਟੀਨ ਲੈਂਦੇ ਤਾਂ ਤੁਹਾਨੂੰ ਜਿਹੜੀ ਪਾਣੀ ਦੀ ਮਾਤਰਾ ਤਕਰੀਬਨ 4 ਤੋਂ 6 ਗਲਾਸ ਤੱਕ ਰੱਖਣੀ ਆ। ਜੇ ਤੁਸੀਂ ਬੋਡੀ weight ਤੋਂ ਜ਼ਿਆਦਾ ਪ੍ਰੋਟੀਨ ਦੇ ਰਹੇ, ਤੁਹਾਨੂੰ 10 ਤੋਂ 12 ਗਲਾਸ ਪਾਣੀ ਦੇ ਇਨਫ ਸਫੀਸ਼ੀਐਂਟ ਆ, ਜਿੰਨੀ ਕਿ ਤੁਹਾਡੀ ਬੋਡੀ 'ਚ ਗੰਦਗੀ ਆ ਉਹ ਬਾਹਰ ਆ ਜੂਗੀ। ਹੁਣ ਯੂਰਿਕ ਐਸਿਡ ਕਿੰਨਾ ਦੇ ਵੱਧਦਾ ਆ? ਸਭ ਤੋਂ ਪਹਿਲਾਂ ਜਿਹੜੇ ਲੋੜ ਤੋਂ ਜ਼ਿਆਦਾ ਪ੍ਰੋਟੀਨ ਖਾਂਦੇ, ਅਨਲਿਮਿਟਿਡ ਪ੍ਰੋਟੀਨ ਖਾਂਦੇ। ਦੂਸਰੇ ਨੰਬਰ ਤੇ ਉਹੀ ਪ੍ਰੋਟੀਨ ਖਾਦਾ ਉਹਨੂੰ ਪਚਾ ਨਹੀਂ ਰਹੇ, ਭਾਵ ਕਿ ਕੋਈ ਫਿਜ਼ੀਕਲ ਵਰਕਆਊਟ ਨਹੀਂ ਕਰਦੇ। ਤੀਸਰੇ ਨੰਬਰ ਤੇ ਇਨਸਾਨ ਹਰ ਆਰਾਮ ਭਾਲਦਾ, ਚਾਹੇ ਮੈਂ ਆ, ਚਾਹੇ ਤੁਸੀਂ ਆ, ਚਾਹੇ ਸੁਣਨ ਵਾਲੇ ਆ,
ਉਹ ਕੀ ਕਹਿੰਦੇ ਕਿ ਅਸੀਂ ਇੱਕ ਵਾਰੀ ਪਾਣੀ ਪੀਏ ਤੇ ਇੱਕ ਵਾਰੀ ਦਿਨ ਚ ਯੂਰੀਨ ਜਾਈਏ। ਜਦੋਂ ਤੁਸੀਂ ਯੂਰੀਨ ਨਹੀਂ ਜਾਂਦੇ, ਤੁਹਾਨੂੰ ਤੁਹਾਡਾ ਪਿਸ਼ਾਬ ਨਹੀਂ ਪਾਸ ਹੁੰਦਾ, ਫਿਰ ਤੁਹਾਨੂੰ ਯੂਰਿਕ ਐਸਿਡ ਕਿਉਂ ਨਹੀਂ ਵਧੂਗਾ? ਅਸੀਂ ਯੂਰਿਕ ਐਸਿਡ ਨੂੰ ਵਧਾਉਣ ਵਾਲੇ ਆਪ ਹੀ ਆ। ਸਭ ਤੋਂ ਪਹਿਲਾਂ ਅਸੀਂ ਆਪ ਹੀ ਸੱਦਾ ਦਿੰਦੇ। ਅਸੀਂ ਜਦੋਂ ਪਾਣੀ ਘੱਟ ਪੀਂਦੇ ਆ ਤੇ ਯੂਰਿਕ ਐਸਿਡ ਆਪਣੇ ਆਪ ਵਧਣਾ। ਉੱਥੇ ਸਾਨੂੰ ਇੱਕ ਡਾਕਟਰ ਰეკਮੈਂਡ ਕਰਦਾ ਕਿ ਤੁਸੀਂ ਪ੍ਰੋਟੀਨ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। ਜਦੋਂ ਅਸੀਂ ਪ੍ਰੋਟੀਨ ਵਾਲੀ ਚੀਜ਼ਾਂ ਦੀ ਵਰਤੋਂ ਨਹੀਂ ਕਰੋਗੇ ਤਾਂ ਨੋ ਡਾਊਟ ਜਿਹੜਾ ਤੁਹਾਡਾ ਯੂਰਿਕ ਐਸਿਡ ਆ ਉਹ ਵੀ ਨਹੀਂ ਵਧੂਗਾ। ਪਰ ਉਹਦੇ ਵਿੱਚ ਪ੍ਰੋਬਲਮ ਕਿੱਥੇ ਹੋਊਗੀ? ਤੁਹਾਡੀ ਬੋਡੀ ਡਾਊਨ ਜਾਊਗੀ। ਡਾਕਟਰ ਇਹ ਗੱਲ ਕਿਉਂ ਨਹੀਂ ਕਲੀਅਰ ਕਰ ਪਾਉਂਦਾ? ਕਿਉਂਕਿ ਮੈਂ ਜਿਹੜੀ ਹੈਗੀ ਆ ਪ੍ਰੋਟੀਨ ਦੀ ਮਾਤਰਾ ਜੇ ਉਹਨੂੰ ਘਟਾ ਦਿਆ ਨਾ, ਉਹ ਤੁਹਾਡੀ ਪ੍ਰੋਟੀਨ ਦੀ ਮਾਤਰਾ ਘਟਾ ਕੇ ਉਹਨੂੰ ਪਾਣੀ ਦੀ ਮਾਤਰਾ ਵਧਾਉਣ ਨੂੰ ਨਹੀਂ ਕਹਿੰਦਾ। ਉਹਨੂੰ ਕਹਿੰਦਾ ਤੂੰ ਸਾਰਾ ਕੁਝ ਬੰਦ ਕਰ ਦੇ ਤੇ ਮੇਰੀ ਮੈਡੀਸਿਨ ਖਾ। ਕਿ ਜਿਹੜੀ ਚੀਜ਼ ਰੋਜ਼ ਦੀ ਵਰਤੋਂ ਵਾਲੀ ਆ ਉਹਨੂੰ ਅਸੀਂ ਕਿੱਦਾਂ ਬੰਦ ਕਰ ਦਾਂਗੇ? ਸੋ ਉੱਥੇ ਇਹ ਚੀਜ਼ ਬਣਦੀ ਆ ਯੂਰਿਕ ਐਸਿਡ। ਸਭ ਤੋਂ ਪਹਿਲਾਂ ਅਸੀਂ ਇਹ ਸਮਝ ਲਈ ਬਿਮਾਰੀ ਨਹੀਂ, ਬੋਡੀ ਦੀ ਆਦਤ ਆ। ਜਿੱਦਾਂ ਇੱਕ ਇੰਜਨ ਨੇ ਧੂਆਂ ਮਾਰਨਾ, ਇਦਾਂ ਬੋਡੀ ਨੇ ਯੂਰਿਕ ਐਸਿਡ ਬਣਾਉਣਾ ਹੀ ਆ ਜਿੰਨਾ ਜ਼ਿਆਦਾ ਪ੍ਰੋਟੀਨ ਖਾਓਗੇ। ਦੂਸਰੇ ਨੰਬਰ ਤੇ ਉਹਨੂੰ ਘਟਾਉਣ ਲਈ ਪਾਣੀ ਜ਼ਿਆਦਾ ਪੀਓ, ਤੁਹਾਨੂੰ ਕਦੀ ਵੀ ਯੂਰਿਕ ਐਸਿਡ ਨਹੀਂ ਬਣੂਗਾ। ਤੇ ਸਵਾਲ ਫਿਰ ਹੁਣ ਇਹ ਬਣਦਾ ਕਿ ਜਦੋਂ ਅਸੀਂ ਪ੍ਰੋਟੀਨ ਲੈਂਦੇ ਆ, ਚਾਹੇ ਐਕਸਰਸਾਈਜ਼ ਕਰਦੇ ਆ ਚਾਹੇ ਆਪਾਂ ਨਹੀਂ ਕਰਦੇ, ਕਿੰਨੇ ਸਮੇਂ ਤੱਕ ਸਾਨੂੰ ਪ੍ਰੋਟੀਨ ਲੈਣਾ ਚਾਹੀਦਾ ਆ? ਕੀ ਵਿੱਚ ਵਿੱਚ ਛੱਡ ਦੇਣਾ ਚਾਹੀਦਾ ਜਾਂ ਲਗਾਤਾਰ ਅਸੀਂ ਲੈ ਸਕਦੇ ਹਾਂ? ਫਿਰ ਉਹੀ ਗੱਲਾਂ ਸਾਰੀਆਂ ਸਾਡੀਆਂ ਜੋ ਸ਼ੁਰੂਆਤੀ ਸੀ ਉਹੀ ਜੁੜਦੀਆਂ ਆ। ਪ੍ਰੋਟੀਨ ਸਾਡੀ ਬੋਡੀ ਦਾ ਬੇਸ ਆ। ਹੁਣ ਇੱਕ ਬਿਲਡਿੰਗ ਨੂੰ ਜਿਹੜਾ ਸਰੀਆ ਸੀਮੈਂਟ ਚਾਹੀਦਾ ਆ, ਉਹ ਕਿੰਨੀ ਦੇਰ ਬਾਅਦ ਤੁਸੀਂ ਕੱਢ ਲਓਗੇ ਜਦੋਂ ਬਣ ਗਈ ਬਿਲਡਿੰਗ? ਨਹੀਂ। ਜਦੋਂ ਪ੍ਰੋਟੀਨ ਛੱਡਿਆ ਨਹੀਂ, ਬੰਦ ਕੀਤਾ ਨਹੀਂ, ਬੋਡੀ ਨੇ ਡਾਊਨ ਆਉਣਾ ਨਹੀਂ। ਪ੍ਰੋਟੀਨ ਤੁਹਾਨੂੰ ਸਦਾ ਨਹੀਂ ਲੈਣਾ ਚਾਹੀਦਾ, ਉਹਨੂੰ ਘੱਟ ਵੱਧ ਕਰ ਸਕਦੇ ਆ, ਬੰਦ ਨਾ ਕਰੋ। ਅਪ ਡਾਊਨ ਜ਼ਰੂਰ ਹੋਣੇ ਚਾਹੀਦੇ ਆ। ਜੇ ਬੰਦ ਕਰੋਗੇ ਬੋਡੀ ਡਾਊਨ ਜਾਊਗੀ। ਹੁਣ ਬੰਦੇ ਇੱਥੇ ਸਵਾਲ ਪੈਦਾ ਕਰ ਲੈਂਦੇ ਕਿ ਯਾਰ ਇਹ ਫਿਰ ਸਦਾ ਲਈ ਖਾਣਾ ਪੈਣਾ। ਪ੍ਰੋਟੀਨ ਤੁਸੀਂ ਕਿਤੇ ਬਾਹਰੋਂ ਨਹੀਂ ਲੈਣਾ। ਸਪਲੀਮੈਂਟ ਤੁਸੀਂ ਬੰਦ ਕਰ ਸਕਦੇ ਆ, ਐਗ ਚਿਕਨ ਬੰਦ ਕਰ ਸਕਦੇ, ਪਰ ਰੂਟੀਨ ਦਾ ਖਾਣਾ ਜਿਹੜਾ ਦਾਲਾਂ ਹੈਗੀਆਂ, ਸਬਜ਼ੀ ਹੈਗੀ ਆ, ਤੁਹਾਡੇ ਫਰੂਟਸ ਹੈਗੇ, ਤੁਹਾਨੂੰ ਬੋਡੀ ਨੂੰ ਚਲਾਉਣ ਲਈ, ਮਸਲ ਬਣਾਉਣ ਲਈ ਪ੍ਰੋਟੀਨ ਨਹੀਂ ਉਹ ਜਿਹੜਾ ਤੁਹਾਨੂੰ ਮਿਲਣਾ, ਉਹ ਤੁਹਾਨੂੰ ਐਕਸਟਰਾ ਆਰਡੀਨਰੀ ਸੋਰਸਸ ਤੋਂ, ਵੈਜ ਨੌਨ ਵੈਜ ਤੇ ਸਪਲੀਮੈਂਟ ਤੋਂ ਲੈਣਾ ਪੈਣਾ। ਇੱਥੇ ਮੈਂ ਆਮ ਬੰਦੇ ਦੀ ਗੱਲ ਕਰ ਰਿਹਾ। ਤੁਹਾਨੂੰ ਪ੍ਰੋਟੀਨ ਹਮੇਸ਼ਾ ਖਾਣਾ ਪੈਣਾ, ਘੱਟ ਮਾਤਰਾ 'ਚ ਖਾਓ, ਚਾਹੇ ਤੁਸੀਂ 30 ਤੋਂ 40 ਗ੍ਰਾਮ ਵਾਲਾ ਖਾਓ। ਲੰਬਾ ਸਮਾਂ 'ਚ ਕੀ ਤੁਹਾਨੂੰ ਸਾਰੀ ਉਮਰ, ਜੇ ਆਪਣੀ ਪੰਜਾਬੀ 'ਚ ਗੱਲ ਆਉਂਦੀ ਦਿਮਾਗ 'ਚ ਕਿ ਜੇ ਤੁਸੀਂ ਦੁਨੀਆ ਜੀਣੀ ਆ, ਚਾਹੇ ਤੁਸੀਂ ਮੇਲ ਆ ਚਾਹੇ ਫੀਮੇਲ ਆ, ਤੁਹਾਨੂੰ ਹਮੇਸ਼ਾ ਪ੍ਰੋਟੀਨ ਖਾਣਾ ਪੈਣਾ। ਅਸੀਂ ਕਦੀ ਇਹ ਨਹੀਂ ਸੋਚਦੇ ਕਿ ਜਿਹੜਾ ਮੇਰਾ ਮੋਬਾਈਲ ਆ ਉਹਨੂੰ ਮੈਂ ਰੋਜ਼ ਹੀ ਯਾਰ ਚਾਰਜ ਕਰਦਾ ਆ, ਮੈਂ ਰੋਜ਼ ਹੀ ਨਹਾਉਣਾ ਆ, ਮੈਂ ਰੋਜ਼ ਹੀ ਖਾਣਾ ਖਾਣਾ ਆ, ਮੈਂ ਰੋਜ਼ ਹੀ ਆਪਣੇ ਕੰਮ ਤੇ ਜਾਣਾ ਆ, ਤੇ ਮੈਂ ਹਰ ਮਹੀਨੇ ਹਰ ਹਫਤੇ ਕੱਪੜੇ ਖਰੀਦਦਾ ਆ। ਜਿੱਦਾਂ ਤੁਹਾਡਾ ਮੋਬਾਈਲ ਚਾਰਜ ਹੋਣਾ, ਜਿੱਦਾਂ ਤੁਸੀਂ ਨਹਾਉਣਾ ਧੋਣਾ, ਜਿੱਦਾਂ ਤੁਸੀਂ ਖਾਣਾ ਪੀਣਾ ਸੌਣਾ, ਇਦਾਂ ਹੀ ਤੁਹਾਡੀ ਬੋਡੀ ਨੂੰ ਪ੍ਰੋਟੀਨ ਆ। ਵੀ ਤੁਹਾਡਾ ਇੱਕ ਲਾਈਫ ਸਟਾਈਲ ਆ, ਤੁਹਾਨੂੰ ਉਹਨੂੰ ਲਾਈਫ ਸਟਾਈਲ ਬਣਾਉਣਾ ਪੈਣਾ। ਹਾਂ, ਪ੍ਰੋਟੀਨ ਦੇ ਜਿਹੜੇ ਸੋਰਸ ਆ ਉਹਨਾਂ ਦੀ ਮਾਤਰਾ ਘਟਾ ਵਧਾ ਸਕਦੇ ਆ। ਪ੍ਰੋਟੀਨ ਵਾਲੀਆਂ ਚੀਜ਼ਾਂ ਦੀ ਮਾਤਰਾ ਉੱਪਰ ਥੱਲੇ ਕਰ ਸਕਦੇ, ਬੰਦ ਨਹੀਂ ਕਰ ਸਕਦੇ। ਦਿੱਕਤ ਇਹ ਕਿਤੇ ਹੋਰ ਆਉਂਦੀ ਹੈ ਜਦੋਂ ਅਸੀਂ ਪ੍ਰੋਟੀਨ ਲੈਣ ਦੀ ਗੱਲ ਕਰਦੇ ਆ। ਦਾਲ, ਅੱਜ ਕੱਲ ਮੁੰਡੇ ਕੁੜੀਆਂ ਜਿਹੜੇ ਨੌਜਵਾਨ ਯੰਗਸਟਰ ਆ ਉਹ ਦਾਲ ਨਹੀਂ ਖਾਂਦੇ, ਹਰੀਆਂ ਸਬਜ਼ੀਆਂ ਨਹੀਂ ਖਾਂਦੇ। ਜੇ ਉਹਨਾਂ ਨੂੰ ਕਹੀਏ ਪ੍ਰੋਟੀਨ ਲੈ ਲਓ, ਉਹ ਕਹਿਣਗੇ ਮੈਂ ਡਾਈਟ ਸੈਲਡ ਖਾ ਰਿਹਾ, ਮੈਂ ਉੱਥੋਂ ਪ੍ਰੋਟੀਨ ਲੈ ਰਿਹਾ। ਹੁਣ ਉਹ ਕਿੰਨਾ ਕੁ ਬੈਨੀਫੀਸ਼ੀਅਲ ਹੈ? ਡਾਈਟ ਸੈਲਡ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੋਰਸ ਪੈਂਦਾ ਹੈ, ਮੰਨ ਲਓ ਕੁਦਰਤੀ ਸਬਜ਼ੀਆਂ ਆ, ਠੀਕ ਹੈ, ਫਰੂਟਸ ਆ, ਕੋਈ ਸਬਜ਼ੀਆਂ ਆ, ਉਹਨਾਂ ਨੂੰ ਅਸੀਂ ਸਾਰੇ, ਮੈਂ ਨਹੀਂ ਤੁਸੀਂ ਨਹੀਂ, ਸੁਣਨ ਵਾਲੇ ਸਾਰੇ ਚੰਗਾ ਸਮਝਦੇ। ਬਟ ਕਦੀ ਅਸੀਂ ਇਹ ਦੇਖਿਆ ਜਿਹੜੀ ਉੱਤੇ ਸੌਸ ਪੈਂਦੀ ਆ, ਜਿਹੜੇ ਉੱਤੇ ਮਸਾਲੇ ਪੈਂਦੇ ਸਾਡੀ ਸਿਹਤ ਲਈ, ਉਹ ਕਿੰਨੇ ਕੁ ਚੰਗੇ ਆ? ਉਹ ਸਾਰੇ ਆਰਟੀਫੀਸ਼ੀਅਲ ਆ। ਚਲੋ ਅਸੀਂ ਮੰਨਿਆ ਕੁਛ ਕੁ ਮਸਾਲੇ, ਕਾਲੀ ਮਿਰਚ, ਨਮਕ, ਇਦਾਂ ਦੀ ਚੀਜ਼ਾਂ ਨੈਚੁਰਲ ਆ, ਪਰ ਜਿਹੜੀ ਉੱਪਰ ਸੌਸ ਪੈਂਦੀ ਵਾਈਟ ਕਲਰ ਦੀ, ਸੰਤਰੀ ਰੰਗ ਦੀ, ਹੋਰ ਕਈ ਸੌਰਸਿਸ ਆ ਗਈਆਂ, ਕੁਝ ਬਲੈਕ ਕਲਰ ਦੀ, ਸਾਨੂੰ ਕੀ ਪਤਾ ਉਹ ਚੀਜ਼ਾਂ ਕਿੱਥੇ ਬਣਦੀਆਂ, ਕਿੱਦਾਂ ਦੀਆਂ ਬਣਦੀਆਂ? ਅਸੀਂ ਨੈਚੁਰਲ ਤੇ ਪ੍ਰੋਸੈਸਡ ਚੀਜ਼ਾਂ ਦੋਨਾਂ ਨੂੰ ਮਿਕਸ ਕਰੀ ਜਾਂਦੇ, ਫਿਰ ਸਾਰਾ ਜਾ ਕੇ ਦੋਸ਼ ਅਸੀਂ ਸਲਾਦ ਨੂੰ ਦੇ ਦਿੰਦੇ। ਬਟ ਅਸੀਂ ਇਹ ਨਹੀਂ ਦੇਖਿਆ ਕਿ ਜਿਹੜਾ ਉੱਪਰ ਸਲਾਦ ਦੇ ਉੱਪਰ ਸੌਸ ਪਈ, ਮਿਕਸ ਹੋਈਆਂ ਵਾਈਟ, ਬਲੈਕ, ਔਰੇਂਜ ਸੌਸ ਜਿੰਨੀਆਂ ਅੱਜ ਕੱਲ ਆਉਂਦੀਆਂ, ਮੈਨੂੰ ਨਾਮ ਨਹੀਂ ਉਹਨਾਂ ਦੇ ਯਾਦ, ਮੈਂ ਰੰਗ ਹੀ ਦੱਸ ਸਕਦਾ ਉਹਨਾਂ ਦੇ, ਉਹ ਸਾਰੀਆਂ ਸੌਸਸ ਕੀ ਆ? ਪ੍ਰੋਸੈਸਡ ਆ। ਜਦੋਂ ਪ੍ਰੋਸੈਸਡ ਫੂਡ ਗਿਆ ਉਹ ਤੁਹਾਡੀ ਬੋਡੀ ਨੂੰ ਪ੍ਰੋਬਲਮ ਕਰੂਗਾ। ਤੁਸੀਂ ਸੈਲਡ ਖਾਣਾ ਆ, ਉਹਨੂੰ ਨਮਕ ਲਾ ਲਓ, ਕਾਲੀ ਮਿਰਚ ਲਾ ਲਓ, ਇਹ ਚੀਜ਼ਾਂ ਲਾ ਲਓ, ਜ਼ਿਆਦਾ ਵਧੀਆ ਆ। ਜਿਹੜੀਆਂ ਸੌਸਸ ਆ ਉਹ ਤੁਹਾਨੂੰ ਨੁਕਸਾਨ ਬਣਾਉਂਦੀਆਂ, ਮਤਲਬ ਤੁਹਾਡੀ ਕੀਤੀ ਕਰਾਈ ਮਿਹਨਤ ਨੂੰ ਵੀ ਉੱਤੇ ਪਾਣੀ ਫੇਰ ਦਿੰਦੇ। ਸਾਡੇ ਮੁੰਡੇ ਕੁੜੀਆਂ ਇੰਨਾ ਕਹਿੰਦੇ ਅਸੀਂ ਡਾਈਟ ਖਾਂਦੇ ਆ, ਅਸੀਂ ਸਪਲੀਮੈਂਟ ਵੀ ਖਾਂਦੇ ਆ, ਅਸੀਂ ਪੂਰੇ ਸਿਹਤ ਦਾ ਧਿਆਨ ਰੱਖਦੇ ਆ, ਪਰ ਜਦੋਂ ਸਾਡੇ ਇੱਥੋਂ ਮੁੰਡੇ ਕੁੜੀਆਂ ਬਾਹਰ ਜਾਂਦੇ ਕੰਪੀਟ ਕਰਨ ਲਈ, ਖਾਸ ਕਰਕੇ ਤੁਸੀਂ ਜਿਸ ਪ੍ਰੋਫੈਸ਼ਨ ਨਾਲ ਜੁੜੇ, ਮੈਂ ਬੋਡੀ ਬਿਲਡਿੰਗ ਦੀ ਐਗਜ਼ਾਮਪਲ ਲੈ ਕੇ ਗੱਲ ਕਰਦੀ ਆ, ਸਾਡੇ ਜਿਹੜੇ ਬੋਡੀ ਬਿਲਡਰਸ ਨੇ, ਚਾਹੇ ਮੁੰਡੇ ਆ ਚਾਹੇ ਕੁੜੀਆਂ, ਫਿਰ ਉਹ ਬਾਹਰਲੇ ਬੋਡੀ ਬਿਲਡਰਸ ਖਿਡਾਰੀ ਆ, ਉਹਨਾਂ ਦਾ ਮੁਕਾਬਲਾ ਕਿਉਂ ਨਹੀਂ ਕਰ ਪਾਉਂਦੇ? ਉਹਦੇ ਵਿੱਚ ਚਾਹੇ ਖਿਡਾਰੀ ਆ, ਚਾਹੇ ਕੋਈ ਹੋਰ ਫੀਲਡ ਆ, ਕੋਈ ਵੀ ਫੀਲਡ ਆ, ਜਿਹੜਾ ਇੱਕ ਸਾਡੇ ਦੇਸ਼, ਸਾਡੇ ਪਿੰਡ ਦਾ ਇਨਸਾਨ ਆ, ਉਹ ਜਜ਼ਬਾਤੀ ਬਹੁਤ ਆ, ਸਟਰੋਂਗ ਬਹੁਤ ਆ, ਆਪਣੇ ਇੱਕ ਮਤਲਬ ਏਮ ਨੂੰ ਲੈ ਕੇ ਸਟਰੋਂਗ ਰਹਿੰਦਾ ਹੈ ਹਮੇਸ਼ਾ। ਪਰ ਕਮੀ ਕਿੱਥੇ ਆਉਂਦੀ ਆ? ਅਸੀਂ ਉਹਦੇ ਵਿੱਚ ਉਤਾਰ ਚੜਾ ਕਰ ਦਿੰਨੇ ਆ, ਆਪਣੀ ਡਾਈਟ ਨੂੰ ਲੈ ਕੇ, ਆਪਣੀ ਐਕਸਰਸਾਈਜ਼ ਨੂੰ ਲੈ ਕੇ, ਆਪਣੇ ਫੂਡ ਨੂੰ ਲੈ ਕੇ। ਜਿਹੜਾ ਬਾਹਰ ਦਾ ਪਲੇਅਰ ਆ
ਉਹ ਕੀ ਕਰਦਾ, ਉਹ ਹਮੇਸ਼ਾ ਉਹ ਇੱਕ ਲਾਈਫ ਸਟਾਈਲ ਬਣਾ ਲੈਂਦਾ। ਮੰਨ ਲਓ ਇੱਕ ਬੋਡੀ ਬਿਲਡਰ ਆ ਬਾਹਰ ਦਾ, ਉਹ ਕੀ ਕਰਦਾ ਆ, ਜੇ ਉਹਨੇ ਕੰਪੀਟੀਸ਼ਨ ਕਰਨਾ ਤਾਂ ਵੀ ਉਹਨੇ ਡਾਈਟ ਖਾਣੀ ਹੈ, ਜੇ ਉਹਨੇ ਕੰਪੀਟੀਸ਼ਨ ਨਹੀਂ ਕਰਨਾ ਤਾਂ ਵੀ ਡਾਈਟ ਖਾਣੀ, ਨੰਬਰ 1। ਨੰਬਰ 2, ਉਸ ਡਾਈਟ ਨੂੰ ਪਹੁੰਚਾਉਣ ਲਈ ਉਹਨੇ ਜੇ ਕੰਪੀਟੀਸ਼ਨ ਖੇਡਣੇ ਆ, ਬੋਡੀ ਬਿਲਡਿੰਗ ਸਟੇਜ ਤੇ ਜਾਣਾ ਤਾਂ ਵੀ ਉਹਨੇ ਐਕਸਰਸਾਈਜ਼ ਕਰਨੀ ਹੈ, ਜੇ ਨਹੀਂ ਜਾਣਾ ਤਾਂ ਵੀ ਉਹਨੇ ਐਕਸਰਸਾਈਜ਼ ਕਰਨੀ, ਬਟ ਉਹ ਐਕਸਰਸਾਈਜ਼ ਦੀ ਸਪੀਡ ਸਮਾਂ ਘਟਾ ਵਧਾ ਦਿੰਦਾ। ਸਾਡੇ ਇੱਥੇ ਕੀ ਹੁੰਦਾ ਹੈ, ਸਾਡੇ ਪਲੇਅਰ ਕੀ ਕਰਦੇ ਜਾਂ ਸਾਡੀ ਕੰਟਰੀ ਦੇ ਬੋਡੀ ਬਿਲਡਰ ਕੀ ਕਰਦੇ ਆ, ਉਹ ਕੀ ਕਰਦੇ ਆ, ਜਦੋਂ ਉਹਨਾਂ ਨੇ ਕੰਪੀਟੀਸ਼ਨ ਖੇਡਣਾ ਆ ਉਦੋਂ ਡਾਈਟ ਤੇ ਬਿਲਕੁਲ ਉਹਨੂੰ ਵਧੀਆ ਲੈਂਦੇ ਆ, ਬਹੁਤ ਸਿਸਟਮੈਟਿਕਲੀ ਰਹਿੰਦੇ ਆ, ਆਪਣੀ ਜੀ ਜਾਨ ਤੱਕ ਲਾਉਂਦੇ ਆ। ਐਕਸਰਸਾਈਜ਼ ਦੂਸਰੇ ਨੰਬਰ ਤੇ ਆਉਂਦੀ, ਉਦੋਂ ਵੀ ਉਹਦੇ ਵਿੱਚ ਜੀ ਜਾਨ ਲਾਉਂਦੇ। ਜਦੋਂ ਕੰਪੀਟੀਸ਼ਨ ਛੱਡਿਆ ਨਹੀਂ, ਫਿਰ ਵਿਆਹ ਸ਼ਾਦੀਆਂ, ਖਾਣਾ ਪੀਣਾ, ਤਲਿਆ ਮਿੱਠਾ ਸਾਰਾ ਮਤਲਬ ਮਿਕਸ ਕਰ ਦਿੰਦੇ। ਰੀਜ਼ਨ ਕੀ ਹੁੰਦਾ ਆ, ਅਸੀਂ ਹਮੇਸ਼ਾ ਸੋਰਸਿਸ ਨੂੰ ਦੋਸ਼ ਦੇਣ ਤੋਂ ਪਹਿਲਾਂ, ਦੂਸਰੇ ਲੋਕਾਂ ਨੂੰ ਜਿਹੜਾ ਦੋਸ਼ ਦੇਣ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਤ ਮਾਰੀ। ਅਸੀਂ ਆਪਣੇ ਅੰਦਰ ਝਾਤ ਨਹੀਂ ਮਾਰਦੇ ਕਿ ਮੈਂ ਉਸ ਚੀਜ਼ ਨੂੰ ਪਾਉਣ ਲਈ ਕਿੰਨਾ ਕੁ ਤਤਪਰ ਆ, ਕਿੰਨਾ ਕੁ ਉੱਤੇ ਐਕਟਿਵ ਰਹਿਣਾ ਨਾ। ਨਹੀਂ, ਅਸੀਂ ਲਾਈਫ ਸਟਾਈਲ ਉਹਨੂੰ ਬਣਾਉਣਾ ਆ, ਜੇ ਅਸੀਂ ਹਮੇਸ਼ਾ ਫਿਟ ਰਹਿਣਾ ਆ। ਨੋ ਡਾਊਟ ਕੁਝ ਕੁ ਚੀਜ਼ਾਂ ਸਾਡੇ ਕਮੀ ਹੈਗੀ ਆ, ਪਰ ਅਸੀਂ ਉਹ ਕਮੀ ਨੂੰ ਛੁਪਾਉਣਾ ਆ, ਉਹਨੂੰ ਦੁਹਰਾਉਣਾ ਨਹੀਂ ਬਾਰ-ਬਾਰ। ਜੇ ਤੁਸੀਂ ਮੈਂ ਉਸ ਚੀਜ਼ ਨੂੰ ਨਹੀਂ ਛੁਪਾਵਾਂਗੇ ਜਾਂ ਮੇਰੇ ਸੁਣਨ ਵਾਲੇ ਨਹੀਂ ਛੁਪਾਉਣਗੇ ਤਾਂ ਸਾਡੇ ਤੋਂ ਸਿੱਖਿਆ ਕੀ ਲੈਣਗੇ। ਅਸੀਂ ਜਿਹੜਾ ਇਹ ਪੋਡਕਾਸਟ ਆ, ਅਸੀਂ ਆਪਣੇ ਦੇਸ਼, ਆਪਣੇ ਪਿੰਡ, ਆਪਣੇ ਪੰਜਾਬ ਨੂੰ ਅੱਗੇ ਵਧਾਉਣ ਲਈ ਕਰ ਰਹੇ। ਜਿਹੜੀਆਂ ਚੀਜ਼ਾਂ 'ਚ ਥੋੜੇ ਜਿਹਾ ਅਸੀਂ ਪਿੱਛੇ ਆ, ਅਸੀਂ ਬੋਡੀ ਬਿਲਡਿੰਗ ਨੂੰ ਲੈ ਕੇ, ਚਾਹੇ ਫਿਟਨੈਸ ਨੂੰ ਲੈ ਕੇ, ਅਸੀਂ ਇਹ ਸਮਝਣਾ ਆ ਕਿ ਜਿੱਦਾਂ ਮੈਂ ਖਾਣਾ ਪੀਣਾ, ਨਹਾਉਣਾ ਧੋਣਾ, ਈਵਨ ਮੈਂ ਆਪਣੇ ਕੰਮ ਤੇ ਜਾਣਾ, ਹੋਰ ਛੋਟੀ ਚੀਜ਼ ਜਿੱਦਾਂ ਮੈਂ ਆਪਣਾ ਰੋਜ਼ ਮੋਬਾਈਲ ਚਾਰਜ ਕਰਦਾ, ਇਦਾਂ ਹੀ ਮੈਂ ਰੋਜ਼ ਡਾਈਟ ਵੀ ਸਹੀ ਖਾਣੀ ਆ, ਇਦਾਂ ਹੀ ਰੋਜ਼ ਮੈਂ ਐਕਸਰਸਾਈਜ਼ ਵੀ ਲਾਉਣੀ ਆ। ਤੁਸੀਂ ਕਦੀ ਪਿੱਛੇ ਰਹਿ ਨਹੀਂ ਸਕਦੇ, ਤੁਸੀਂ ਹਮੇਸ਼ਾ ਫਿਰ ਅੱਗੇ ਹੀ ਆਓਗੇ। ਤੁਸੀਂ ਬਾਹਰਲੇ ਲੋਕਾਂ ਤੋਂ ਵੀ ਅੱਗੇ ਜਾ ਸਕਦੇ। ਤੇ ਜਾਂਦੇ ਜਾਂਦੇ ਇੱਕ ਚੀਜ਼ ਹੋਰ ਕਿ ਹੁਣ ਪ੍ਰੋਟੀਨ ਬਾਰੇ ਆਪਾਂ ਇੰਨੀ ਖੁੱਲ ਕੇ ਗੱਲਬਾਤ ਕੀਤੀ ਹੈ, ਹੁਣ ਪ੍ਰੋਟੀਨ ਖਾਣ ਦਾ ਜਿਹੜਾ ਰਾਈਟ ਟਾਈਮ ਹੈ, ਇੱਕ ਵਾਰੀ ਅਸੀਂ ਚਾਹੁੰਦੇ ਕਿ ਜਿਹੜੇ ਐਕਸਰਸਾਈਜ਼ ਵਾਲੇ ਤੇ ਬਿਨਾਂ ਐਕਸਰਸਾਈਜ਼ ਤੋਂ ਕੀ ਰਾਈਟ ਟਾਈਮ ਇਹਨੂੰ ਖਾਣ ਦਾ? ਦੇਖੋ, ਪ੍ਰੋਟੀਨ ਖਾਣ ਦਾ ਜਿਹੜਾ ਸਹੀ ਸਮਾਂ ਆ ਉਹ ਸਵੇਰ ਖਾਲੀ ਪੇਟ ਆ। ਸੋਰਸਿਸ ਕੋਈ ਵੀ ਹੋ ਸਕਦਾ ਆ, ਵੈਜ ਹੋ ਸਕਦਾ, ਨਾਨ ਵੈਜ ਹੋ ਸਕਦਾ, ਸਪਲੀਮੈਂਟ ਹੋ ਸਕਦਾ। ਉਹਦਾ ਰੀਜ਼ਨ ਕੀ ਆ, ਅਸੀਂ ਉਹ ਬਹੁਤ ਵਾਰੀ ਗੱਲ ਸੁਣੀ ਆ ਕਿ ਫਸਟ ਐਂਡ ਲਾਸਟ ਇੰਪ੍ਰੈਸ਼ਨ ਕੁਛ ਇਹ, ਮਤਲਬ ਜਿਹੜਾ ਪ੍ਰਭਾਵ ਤੁਹਾਡਾ ਪਹਿਲੇ ਦਿਨ ਪੈ ਗਿਆ ਉਹੀ ਸਾਰਾ ਦਿਨ ਚੱਲਣਾ। ਇੱਥੇ ਬੋਡੀ ਵੀ ਇਹ ਚੀਜ਼ ਦੀ ਡਿਮਾਂਡ ਕਰਦੀ, ਜੋ ਤੁਸੀਂ ਉਹਨੂੰ ਸਵੇਰੇ ਦੇ ਦਿੱਤਾ ਉਹਨੇ ਸਾਰਾ ਦਿਨ ਕੰਮ ਕਰਨਾ। ਜਦੋਂ ਤੁਸੀਂ ਸਵੇਰ ਖਾਲੀ ਪੇਟ ਪ੍ਰੋਟੀਨ ਲੈਂਦੇ ਆ, ਤੁਹਾਡਾ ਜਿਹੜਾ ਮੈਟਾਬੋਲਿਜ਼ਮ, ਜਿਹੜਾ ਤੁਹਾਡੇ ਸਾਰੇ ਸਿਸਟਮ ਦੇ ਖਾਣ ਤੇ ਪੀਣ ਨੂੰ ਚਲਾ ਰਿਹਾ, ਉਹ ਫਾਸਟ ਰਹਿੰਦਾ। ਨੰਬਰ 2, ਤੁਹਾਡੀ ਬੋਡੀ 'ਚ ਸੈੱਲ ਪ੍ਰੋਪਰ ਬਣਦੇ ਆ। ਨੰਬਰ 3, ਤੁਹਾਡੀ ਬੋਡੀ 'ਚ ਬਲੋਟਿੰਗ ਨਹੀਂ ਹੁੰਦੀ, ਜਿਹਨੂੰ ਤੁਸੀਂ ਕਹਿੰਦੇ ਅਫਲੇਵਾ, ਉਹ ਨਹੀਂ ਹੁੰਦਾ। ਨੰਬਰ 3, ਤੁਸੀਂ ਨੈਕਸਟ ਅਖੀਰ 'ਚ ਜਾ ਕੇ ਜੇ ਅਸੀਂ ਗੱਲ ਕਰੀਏ, ਤੁਸੀਂ ਸਾਰਾ ਦਿਨ ਐਕਟਿਵ ਰਹਿੰਦੇ ਆ, ਤੁਹਾਡਾ ਜਿਹੜਾ ਸ਼ੂਗਰ ਲੈਵਲ ਆ ਉਹ ਬੈਲੈਂਸ ਰਹਿੰਦਾ। ਪਹਿਲਾ ਸਮਾਂ ਹੋ ਗਿਆ ਸਵੇਰੇ ਖਾਲੀ ਪੇਟ। ਦੂਸਰਾ, ਤੁਸੀਂ ਜਦੋਂ ਬ੍ਰੇਕਫਾਸਟ ਕਰਨਾ ਹੈ, ਜਿਹਨੂੰ ਅਸੀਂ ਸਵੇਰ ਦਾ ਖਾਣਾ ਕਹਿੰਦੇ ਨੇ, ਨਾਸ਼ਤਾ ਕਹਿੰਦੇ ਨੇ, ਉਹਦੇ ਵਿੱਚ ਲੈਣਾ ਪ੍ਰੋਟੀਨ ਦਾ ਕੋਈ ਸੋਰਸ। ਤੀਸਰਾ ਜਿਹੜਾ ਜ਼ਰੂਰੀ ਆ, ਇੱਥੇ ਮੈਂ ਜਿਮ ਵਾਲੇ ਬੰਦਿਆਂ ਦੀ ਨਹੀਂ ਗੱਲ ਕਰ ਰਿਹਾ, ਜਿਹੜੇ ਆਮ ਇਨਸਾਨ ਆ, ਉਹ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰੋਟੀਨ ਜ਼ਰੂਰ ਲੈਣ। ਹੁਣ ਇੱਥੇ ਜਦੋਂ ਅਸੀਂ ਰਾਤ ਨੂੰ ਸੌਣ ਦੀ ਗੱਲ ਕਰਦੇ, ਸਵੇਰ ਕਈ ਬੰਦੇ ਉੱਠਦੇ ਤਾਂ ਉਹਨਾਂ ਦਾ ਸਰੀਰ ਟੁੱਟਿਆ ਮਹਿਸੂਸ ਹੁੰਦਾ ਵੀ ਜਿੱਦਾਂ ਉਹਨਾਂ ਨੂੰ ਰਾਤ ਨੂੰ ਕਿਸੇ ਨੇ ਪਤਾ ਨਹੀਂ ਕਿੰਨਾ ਕੁੱਟਿਆ ਮਾਰਿਆ ਹੁੰਦਾ। ਉਹਦਾ ਰੀਜ਼ਨ ਕੀ ਆ, ਅਸੀਂ ਰਾਤ ਨੂੰ ਜਿਹੜਾ ਕਾਰਬਸ ਖਾ ਕੇ ਸੌ ਜਾਂਦੇ ਆ, ਰੋਟੀ ਚੌਲ ਕੇਲੇ ਜੋ ਆਇਆ ਸਭ ਮਿਕਸ ਕਰਤਾ, ਸਾਰਾ ਦਿਨ ਫੂਡ ਨਹੀਂ ਖਾਦਾ, ਸੌਣ ਲੱਗਿਆ ਜੋ ਮਿਲਿਆ ਖਾ ਲਿਆ, ਫਿਰ ਉਹ ਬੋਡੀ ਡਾਈਜੈਸਟ ਪ੍ਰੋਪਰ ਨਹੀਂ ਕਰ ਪਾਉਂਦੀ। ਪਲੱਸ ਉਹਦੇ ਵਿੱਚ ਡਾਈਜੈਸਟ ਕਰਨ ਵਾਲਾ ਕੁਝ ਹੁੰਦਾ ਵੀ ਨਹੀਂ ਇੰਨਾ, ਸਿਰਫ ਕਾਰਬਸ ਹੁੰਦੇ ਆ। ਜਦੋਂ ਪ੍ਰੋਟੀਨ ਘਟ ਗਈ, ਸਵੇਰ ਤੁਸੀਂ ਥੱਕਿਆ ਟੁੱਟਿਆ ਮਹਿਸੂਸ ਕਰੋਗੇ। ਇਹ 3 ਟਾਈਮ ਜ਼ਰੂਰੀ ਆ। ਜਿਹੜੇ ਬੰਦੇ ਪ੍ਰੋਫੈਸ਼ਨਲ ਆ, ਉਹ ਹਰ 2.5 ਤੋਂ 3 ਘੰਟਿਆਂ ਬਾਅਦ ਪ੍ਰੋਟੀਨ ਲੈ ਸਕਦੇ ਆ। ਅਗਲਾ ਪੋਡਕਾਸਟ ਹੈ ਜਿਹੜਾ ਕਿ ਇਹਦੇ ਤੇ ਆਪਾਂ ਗੱਲ ਕਰਾਂਗੇ ਤਾਂ ਕਿ ਆਪਾਂ ਨੂੰ ਜਿਹੜੇ ਪੰਜਾਬ ਦੇ ਜਿੰਨੇ ਵੀ ਲੋਕ ਆ ਤੁਹਾਨੂੰ ਸੁਣਦੇ ਆ, ਦੇਖਦੇ ਆ, ਆਪਾਂ ਹੋਰ ਉਹਨਾਂ ਦੀ ਸਿਹਤ ਸੰਬੰਧੀ ਜਿਹੜੀ ਜਾਣਕਾਰੀ ਹੈ ਆਪਾਂ ਹੋਰ ਵਧਾ ਸਕੀਏ, ਉਹਨਾਂ ਨੂੰ ਜਾਗਰੂਕ ਅਗਲਾ ਕਰ ਸਕੀਏ। ਪੋਡਕਾਸਟ ਜਿਹੜਾ ਸਾਡਾ ਰਹੂਗਾ ਉਹ ਸਾਡੇ ਘਰ ਪਰਿਵਾਰ 'ਚ ਜਿਹੜਾ ਆਮ ਯੂਜ਼ ਹੋਣ ਵਾਲਾ ਦੇਸੀ ਘਿਓ ਤੇ ਜਿਹੜੇ ਹੋਰ ਤੇਲ ਆ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਖਾਸ ਤੌਰ ਤੇ ਮੱਦੇਨਜ਼ਰ ਜਿਹੜੀ ਅਸੀਂ ਰੱਖਾਂਗੇ ਉਹ ਦੇਸੀ ਘਿਓ ਤੇ ਰੱਖਾਂਗੇ, ਉਹਦੀ ਵਰਤੋਂ, ਉਹਦੇ ਫਾਇਦੇ, ਉਹਦੇ ਸਾਈਡ ਇਫੈਕਟ। ਜੀ, ਸੋ ਇਸ ਪੋਡਕਾਸਟ ਦਾ ਇਹੀ ਮੰਤਵ ਹੈ ਕਿ ਸਿਹਤ ਨੂੰ ਲੈ ਕੇ ਜੋ ਵੀ ਤੁਹਾਡੇ ਮਨ ਦੇ ਵਿੱਚ ਮਿੱਥ ਬਣੀਆਂ ਹੋਈਆਂ, ਵਿਚਾਰ ਬਣੇ ਹੋਏ, ਅਸੀਂ ਉਹਨਾਂ ਨੂੰ ਦੂਰ ਕਰ ਸਕੀਏ। ਸਿਹਤ ਸਭ ਤੋਂ ਕੀਮਤੀ ਹੈ, ਕਿਉਂਕਿ ਸਾਡੇ ਪਾਇਆ ਹੋਇਆ ਕੱਪੜਾ ਤੇ ਲਾਇਆ ਹੋਇਆ ਸ਼ਿੰਗਾਰ ਤਾਂ ਹੀ ਸੋਹਣਾ ਲੱਗੂਗਾ ਅਗਰ ਅਸੀਂ ਸਿਹਤਮੰਦ ਹਾਂ। ਸੋ ਅਗਲਾ ਪੋਡਕਾਸਟ ਅਸੀਂ ਜੋ ਘਰ ਦੇ ਵਿੱਚ ਦੇਸੀ ਘਿਓ, ਦੇਸੀ ਤੇਲ ਜੋ ਵੀ ਅਸੀਂ ਯੂਜ਼ ਕਰਦੇ ਆਪਣੇ ਖਾਣੇ ਨੂੰ ਬਣਾਉਣ ਦੇ ਲਈ, ਉਹਨੂੰ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਸ਼ੁਕਰੀਆ।